नमस्कार प्यारे विद्यार्थियों। ਅੱਜ ਅਸੀਂ ਪੰਜਾਬ ਸਟੇਟ ਟੀਚਰ ਐਲੀਜੀਬਿਲਟੀ ਟੈਸਟ ਅਤੇ ਸੈਂਟਰਲ ਟੀਚਰ ਐਲੀਜੀਬਿਲਟੀ ਟੈਸਟ ਦੀ CDP ਦਾ ਨੈਕਸਟ ਟੌਪਿਕ ਲੈਂਗੁਏਜ ਐਂਡ ਥਾਟ ਕਰਨ ਜਾ ਰਹੇ ਹਾਂ। ਆਓ ਸ਼ੁਰੂ ਕਰੀਏ। ਭਾਸ਼ਾ ਅਤੇ ਵਿਚਾਰ। ਭਾਸ਼ਾ ਬਾਰੇ ਅਸੀਂ ਆਪਣੀਆਂ ਦੋਨੋਂ ਹੀ ਭਾਸ਼ਾਵਾਂ ਅੰਗਰੇਜ਼ੀ ਤੇ ਪੰਜਾਬੀ ਦੇ ਸਿਲੇਬਸ 'ਚ ਵੀ ਡਿਟੇਲ ਦੇ ਵਿੱਚ ਗੱਲ ਕੀਤੀ ਹੈ। ਭਾਸ਼ਾ ਦੇ ਸਿਧਾਂਤ ਵੀ ਕੀਤੇ ਨੇ। ਅਸੀਂ ਦੇਖਿਆ ਕਿ ਲੈਂਗੁਏਜ ਕੀ ਹੈ। ਲੈਂਗੁਏਜ ਇਜ਼ ਅ ਮੀਨਸ ਆਫ ਕਮਿਊਨੀਕੇਸ਼ਨ। ਇਹ ਸੰਚਾਰ ਦਾ ਸਾਧਨ ਹੈ। ਇਟ ਇਜ਼ ਅ ਪ੍ਰਾਇਮਰੀ ਟੂਲ ਆਫ ਥਿੰਕਿੰਗ। ਤੇ ਇਹ ਸਾਡੇ ਸੋਚਣ ਦਾ ਮੁੱਖ ਸਾਧਨ ਹੈ। ਅਗਰ ਸਾਡੇ ਅੰਦਰ ਭਾਸ਼ਾ ਦਾ ਵਿਕਾਸ ਨਾ ਹੋਵੇ ਤਾਂ ਅਸੀਂ ਸੋਚ ਨਹੀਂ ਸਕਦੇ, ਕਿਉਂਕਿ ਅਸੀਂ ਸੋਚਦੇ ਕਿਹਦੀ ਟਰਮ ਦੇ ਵਿੱਚ, ਤਾਂ ਭਾਸ਼ਾ ਦੀ ਟਰਮ ਦੇ ਵਿੱਚ ਸੋਚਦੇ ਹਾਂ। ਅਗਰ ਭਾਸ਼ਾ ਨਹੀਂ ਹੋਏਗੀ ਤਾਂ ਫਿਰ ਅਸੀਂ ਸੋਚਾਂਗੇ ਕਿਵੇਂ। Language learning is an active process that begins at birth and continues throughout our lives. Language learning ਭਾਸ਼ਾ ਸਿੱਖਣਾ ਬਹੁਤ ਹੀ ਕਿਰਿਆਸ਼ੀਲ ਪ੍ਰਕਿਰਿਆ ਹੈ, ਜਿਹੜੀ ਕਿ ਸਾਡੇ ਜਨਮ ਤੋਂ ਹੀ ਸ਼ੁਰੂ ਹੋ ਜਾਂਦੀ ਹੈ। ਜਦੋਂ ਹੀ ਬੱਚਾ ਜਨਮ ਲੈਂਦਾ ਹੈ ਤਾਂ ਉਹ ਕਮਿਊਨੀਕੇਟ ਕਰਨਾ ਸ਼ੁਰੂ ਕਰ ਦਿੰਦਾ ਹੈ। ਹੁਣ ਤੁਹਾਡੇ ਕਈਆਂ ਦੇ ਮਨ 'ਚ ਵਿਚਾਰ ਹੋਊਗਾ ਕਿ ਬੱਚਾ ਬਰਥ ਤੇ ਕਦੋਂ ਬੋਲਦਾ ਹੈ, ਤਾਂ ਬੱਚਾ ਉਦੋਂ ਸਿੰਬੋਲਿਕ ਭਾਸ਼ਾ ਦਾ ਇਸਤੇਮਾਲ ਕਰਦਾ ਹੈ, ਆਪਣੇ ਇਸ਼ਾਰਿਆਂ ਦੇ ਥਰੂ, ਫੇਸ ਐਕਸਪ੍ਰੈਸ਼ਨ ਦੇ ਥਰੂ ਜਾਂ ਆਪਣੇ ਰੋਣ ਦੇ ਥਰੂ ਗੱਲਬਾਤ ਕਰਦਾ ਹੈ ਤੇ ਹੌਲੀ ਹੌਲੀ ਉਸ ਦਾ ਵਿਕਾਸ ਕਰਦਾ ਜਾਂਦਾ ਹੈ, ਜਿਹੜਾ ਕਿ ਸਾਰੀ ਉਮਰ ਚੱਲਦਾ ਰਹਿੰਦਾ ਹੈ। ਲਰਨਿੰਗ ਐਂਡ ਅੰਡਰਸਟੈਂਡਿੰਗ ਲੈਂਗੁਏਜ ਹੈਲਪਸ ਇਨ ਅ ਨੰਬਰ ਆਫ ਵੇਜ਼। ਭਾਸ਼ਾ ਸਿੱਖਣਾ ਤੇ ਸਮਝਣਾ ਸਾਡੀ ਬਹੁਤ ਤਰੀਕਿਆਂ ਦੇ ਨਾਲ ਮਦਦ ਕਰਦਾ ਹੈ। ਲੈਂਗੁਏਜ ਇਨੇਬਲਸ ਅ ਚਾਈਲਡ ਟੂ ਮੇਕ ਸੈਂਸ ਆਫ ਐਂਡ ਬ੍ਰਿੰਗ ਆਰਡਰ ਟੂ ਦ ਵਰਲਡ ਅਰਾਊਂਡ them through questioning, playing and interacting with others. ਭਾਸ਼ਾ ਬੱਚੇ ਨੂੰ ਦੂਸਰਿਆਂ ਤੋਂ ਸਵਾਲ ਪੁੱਛਣ, ਖੇਡਣ ਤੇ ਗੱਲਬਾਤ ਰਾਹੀਂ, ਤਿੰਨ ਤਰੀਕੇ ਦੱਸੇ ਨੇ ਸਾਨੂੰ, ਵੈਸੇ ਬਹੁਤ ਸਾਰੇ ਹੁੰਦੇ ਨੇ। ਕੁਐਸਚਨਿੰਗ ਰਾਹੀਂ, ਖੇਡਣ ਦੇ ਰਾਹੀਂ ਤੇ ਦੂਜਿਆਂ ਨਾਲ ਇੰਟਰੈਕਸ਼ਨ ਦੇ ਰਾਹੀਂ ਆਪਣੇ ਆਲੇ ਦੁਆਲੇ ਦੇ ਸੰਸਾਰ ਨੂੰ ਸਮਝਦੇ ਨੇ ਤੇ ਉਹਦੇ ਬਾਰੇ ਆਪਣੇ ਮਾਈਂਡ ਦੇ ਵਿੱਚ ਜਿਹੜੀਆਂ ਕਨਸੈਪਸ਼ਨਸ ਨੇ ਉਹ ਵਿਕਸਿਤ ਕਰਦੇ ਨੇ। ਇਟ ਹੈਲਪਸ ਇਨ ਅੰਡਰਸਟੈਂਡਿੰਗ ਪੀਪਲ ਐਟ ਦੇਅਰ ਐਕਸਪੀਰੀਅੰਸ। ਇਹ ਲੋਕਾਂ ਤੇ ਉਹਨਾਂ ਦੇ ਅਨੁਭਵਾਂ ਨੂੰ ਸਮਝਣ 'ਚ ਮਦਦ ਕਰਦਾ ਹੈ। ਆਲੇ ਦੁਆਲੇ ਸਾਡੇ ਕੀ ਲੋਕ ਨੇ, ਉਹਨਾਂ ਦੇ ਕੀ ਤਜਰਬੇ ਨੇ। ਇਟ ਹੈਲਪਸ them to express their thoughts, ideas, opinion, feelings, experiences and establish relationship between family and friends. ਅਗਲਾ ਜਿਹੜਾ ਸਾਡਾ ਕੰਮ ਹੈ ਭਾਸ਼ਾ ਦਾ, ਸਾਡੇ ਅੰਦਰ ਜਿੰਨੇ ਵੀ ਵਿਚਾਰ, ਆਈਡੀਆਜ਼, ਸਾਡੀਆਂ ਓਪੀਨੀਅਨਸ ਹੁੰਦੇ ਨੇ, ਭਾਵਨਾਵਾਂ ਹੁੰਦੀਆਂ ਨੇ, ਫੀਲਿੰਗਸ, ਤਜਰਬੇ ਹੁੰਦੇ ਨੇ, ਹਰ ਚੀਜ਼ ਨੂੰ ਦੂਸਰਿਆਂ ਨਾਲ ਸ਼ੇਅਰ ਕਰਨਾ ਤੇ ਉਹਨਾਂ ਦੇ ਨਾਲ ਸੰਬੰਧ ਸਥਾਪਿਤ ਕਰਨਾ, ਰਿਸ਼ਤੇ ਸਥਾਪਿਤ ਕਰਨਾ, ਇਹਦੇ ਵਿੱਚ ਭਾਸ਼ਾ ਹੀ ਸਾਡੀ ਮਦਦਗਾਰ ਹੈ। ਇਟ ਹੈਲਪਸ them to organize, understand ideas and make a connection between them. ਇਸ ਤੋਂ ਇਲਾਵਾ ਵਿਚਾਰਾਂ ਦੇ ਵਿੱਚ ਵੀ ਆਰਗੇਨਾਈਜੇਸ਼ਨ ਲੈ ਕੇ ਆਉਣੀ, ਸੰਗਠਨ ਲੈ ਕੇ ਆਉਣਾ, ਵਿਚਾਰਾਂ ਨੂੰ ਸੈੱਟ ਕਰਨਾ ਲੜੀ ਦੇ ਵਿੱਚ, ਇਹ ਵੀ ਭਾਸ਼ਾ ਦਾ ਹੀ ਕੰਮ ਹੈ। ਜਦੋਂ ਅਸੀਂ ਕੋਈ ਐਸੇ ਲਿਖਦੇ ਹਾਂ, ਕੋਈ ਭਾਸ਼ਣ ਦਿੰਦੇ ਹਾਂ, ਤਾਂ ਹਮੇਸ਼ਾ ਕਾਹਦੀ ਅਹਿਮੀਅਤ ਹੁੰਦੀ ਹੈ? ਵਿਚਾਰਾਂ ਦੇ ਆਰਗੇਨਾਈਜੇਸ਼ਨ ਦੀ, ਕਿ ਕਿਹੜਾ ਵਿਚਾਰ ਪਹਿਲਾਂ ਆਉਣਾ ਚਾਹੀਦਾ, ਕਿਹੜਾ ਪਿੱਛੋਂ ਆਉਣਾ ਚਾਹੀਦਾ ਔਰ ਕਿਸ ਢੰਗ ਨਾਲ ਉਹਨੂੰ ਪੇਸ਼ ਕੀਤਾ ਜਾ ਰਿਹਾ ਹੈ। ਇਹ ਸਾਰਾ ਕੁਝ ਭਾਸ਼ਾ ਦੇ ਉੱਪਰ ਹੀ ਨਿਰਭਰ ਕਰਦਾ ਹੈ। ਲੈਂਗੁਏਜ ਇਨੇਬਲਸ them to reflect upon and control their thinking and learning process. ਇਸ ਤੋਂ ਇਲਾਵਾ ਭਾਸ਼ਾ ਹੀ ਹੁੰਦੀ ਹੈ ਜਿਹੜੀ ਉਹਨਾਂ ਨੂੰ ਆਪਣੀ ਸੋਚ ਤੇ ਆਪਣੇ ਸਿੱਖਣ ਪ੍ਰਕਿਰਿਆ ਤੇ ਵਿਚਾਰ ਕਰਨ 'ਚ ਮਦਦ ਕਰਦੀ ਹੈ। ਬੱਚੇ, ਇੱਕ ਟਰਮ ਹੁੰਦੀ ਹੈ ਮੈਟਾ ਕੋਗਨੀਸ਼ਨ, ਇੱਕ ਹੁੰਦੀ ਹੈ ਕੋਗਨੀਸ਼ਨ। ਕੋਗਨੀਸ਼ਨ ਦਾ ਅਰਥ ਕੀ ਹੁੰਦਾ? ਬੁੱਧੀ। ਜਦੋਂ ਅਸੀਂ ਆਲੇ ਦੁਆਲੇ ਬਾਰੇ ਸੋਚਦੇ ਹਾਂ ਤਾਂ ਉਹਨੂੰ ਅਸੀਂ ਬੁੱਧੀ ਕਹਿ ਦਿੰਦੇ ਹਾਂ। ਕਨਸੈਪਟਸ ਸਾਡੇ ਮਾਈਂਡ 'ਚ ਬਣਦੇ ਨੇ, ਉਹਦੇ ਬਾਰੇ ਅਸੀਂ ਰੀਜ਼ਨਿੰਗ ਲਗਾਉਂਦੇ ਹਾਂ, ਠੀਕ ਹੈ, ਪ੍ਰੋਬਲਮ ਨੂੰ ਸੋਲਵ ਕਰਦੇ ਹਾਂ। ਪਰ ਇਸ ਤੋਂ ਵੀ ਇੱਕ ਹਾਇਰ ਟਰਮ ਹੈ ਮੈਟਾ ਕੋਗਨੀਸ਼ਨ। ਮੈਟਾ ਕੋਗਨੀਸ਼ਨ ਦਾ ਮਤਲਬ ਕੀ ਹੁੰਦਾ ਹੈ? ਜਦੋਂ ਅਸੀਂ ਥਿੰਕਿੰਗ ਬਾਰੇ ਸੋਚਦੇ ਹਾਂ, ਮੰਨ ਲਓ ਪਹਿਲਾਂ ਮੈਂ ਕਿਸੇ ਚੀਜ਼ ਤੇ ਆਪਣੇ ਵਿਚਾਰ ਬਣਾ ਚੁੱਕੀ ਹਾਂ, ਮੇਰੀ ਵਿਚਾਰਧਾਰਾ, ਮੇਰੀ ਥਿੰਕਿੰਗ ਦੇ ਵਿੱਚ ਹੈ ਕਿ ਲੜਕੀਆਂ ਨੂੰ ਸਕੂਲ ਨਹੀਂ ਭੇਜਣਾ ਚਾਹੀਦਾ। ਫੋਰ ਐਗਜ਼ਾਮਪਲ, ਮੈਂ ਕਿਸੇ ਪੁਰਾਣੇ ਸਮੇਂ ਦੇ ਵਿੱਚ ਚਲੀ ਜਾਂਦੀ ਹਾਂ, ਟ੍ਰੈਡੀਸ਼ਨਲ ਟਾਈਮ ਦੇ ਵਿੱਚ। ਪਰ ਥੋੜੇ ਸਮੇਂ ਬਾਅਦ ਜਦੋਂ ਮੈਂ ਆਪਣੀ ਥਿੰਕਿੰਗ ਤੇ ਹੀ ਦੁਬਾਰਾ ਵਿਚਾਰ ਕਰਦੀ ਹਾਂ ਕਿ ਮੇਰਾ ਇਹ ਸੋਚਣਾ ਠੀਕ ਹੈ, ਥਿੰਕਿੰਗ ਅਬਾਊਟ ਥਿੰਕਿੰਗ, ਤਾਂ ਉਸ ਚੀਜ਼ ਨੂੰ ਅਸੀਂ ਮੈਟਾ ਕੋਗਨੀਸ਼ਨ ਕਹਿੰਦੇ ਹਾਂ। ਇਹ ਉਦੋਂ ਹੀ ਹੁੰਦੀ ਹੈ ਜਦੋਂ ਸਾਡੀ ਬੁੱਧੀ ਹੈ, ਜਿਹੜੀ ਸਾਡੀ ਕੋਗਨੀਸ਼ਨ ਹੈ, ਬਹੁਤ ਅੱਛੇ ਲੈਵਲ ਤੇ ਪਹੁੰਚ ਜਾਂਦੀ ਹੈ, ਬਹੁਤ ਜ਼ਿਆਦਾ ਅਸੀਂ ਸਮਝਦਾਰ ਹੋ ਜਾਂਦੇ ਹਾਂ। ਲੈਂਗੁਏਜ ਲਰਨਿੰਗ। ਲੈਂਗੁਏਜ ਲਰਨਿੰਗ ਕੀ ਹੈ? Language learning is a result of deliberate and conscious effort for a better understanding of foundational skills of language learning. ਤਾਂ ਭਾਸ਼ਾ ਦੇ ਅਸੀਂ ਪਹਿਲੇ ਟੌਪਿਕ ਦੇ ਵਿੱਚ ਲੈਂਗੁਏਜ ਲਰਨਿੰਗ ਤੇ ਐਕੁਇਜ਼ੀਸ਼ਨ ਬਾਰੇ ਪੜ੍ਹਿਆ ਸੀ, ਤਾਂ ਤੁਹਾਨੂੰ ਦੱਸਿਆ ਸੀ
कि ਜਿਹੜੀ ਅਕਵਾਇਰ ਕੀਤੀ ਜਾਂਦੀ ਹੈ ਭਾਸ਼ਾ ਉਹ ਅਨਕੌਂਸ਼ੀਅਸਲੀ ਕੀਤੀ ਜਾਂਦੀ ਹੈ, ਆਟੋਮੈਟਿਕਲੀ ਨੈਚੁਰਲ ਤੌਰ ਤੇ ਸਾਡੇ ਵਿੱਚ ਜਦੋਂ ਭਾਸ਼ਾ ਦਾ ਵਿਕਾਸ ਹੁੰਦਾ ਹੈ, ਖਾਸ ਤੌਰ ਤੇ ਮਦਰ ਟੰਗ ਦਾ, ਤਾਂ ਉਹਨੂੰ ਅਸੀਂ ਲੈਂਗੁਏਜ ਐਕੁਇਜੀਸ਼ਨ ਕਿਹਾ ਸੀ। ਪਰ ਜਦੋਂ ਅਸੀਂ ਕਿਸੇ ਵੀ ਭਾਸ਼ਾ ਨੂੰ ਸਿੱਖਣ ਦੇ ਲਈ ਬੁਨਿਆਦੀ ਉਹਦੇ ਕੌਸ਼ਲਾਂ ਨੂੰ ਸਿੱਖਣ ਦੇ ਲਈ ਕੋਸ਼ਿਸ਼ ਕਰਦੇ ਹਾਂ ਜਾਂ ਕਹ ਲਓ ਉਹਦਾ ਗਿਆਨ ਹਾਸਿਲ ਕਰਦੇ ਹਾਂ, ਤਾਂ ਉਸ ਨੂੰ ਲੈਂਗੁਏਜ ਲਰਨਿੰਗ ਕਿਹਾ ਜਾਂਦਾ ਹੈ, ਭਾਸ਼ਾ ਸਿੱਖਣਾ ਕਿਹਾ ਜਾਂਦਾ ਹੈ। ਇਸ ਦੇ ਨਾਲ ਭਾਸ਼ਾ ਦੀ ਜਿਹੜੀ ਸਾਡੀ ਸਮਝ ਹੈ, ਉਹਦੇ ਬੇਸਿਕ ਕੌਸ਼ਲ ਜਿਹੜੇ ਅਸੀਂ 4 ਪੜ੍ਹੇ ਸੀ, ਸਕਿੱਲਸ ਪੜ੍ਹੀਆਂ ਸੀ 4, ਲਿਸਨਿੰਗ, ਸਪੀਕਿੰਗ, ਰੀਡਿੰਗ ਐਂਡ ਰਾਈਟਿੰਗ। ਇਹਨਾਂ ਦੀ ਜਦੋਂ ਅਸੀਂ ਬੈਟਰ ਅੰਡਰਸਟੈਂਡਿੰਗ ਕਰਨੀ ਹੁੰਦੀ ਹੈ ਤੇ ਉਹਦੇ ਲਈ ਕੋਸ਼ਿਸ਼ ਕਰਦੇ ਹਾਂ, ਤਾਂ ਉਸ ਨੂੰ ਲੈਂਗੁਏਜ ਲਰਨਿੰਗ ਕਿਹਾ ਜਾਂਦਾ ਹੈ। It refers to have a basic knowledge of grammatical rules and their use in communication। ਇਸ ਦਾ ਕੀ ਮਤਲਬ ਹੈ? ਭਾਸ਼ਾ ਦੇ ਵਿਆਕਰਨਿਕ ਨਿਯਮਾਂ ਦੀ ਬੁਨਿਆਦੀ ਜਾਣਕਾਰੀ ਤੇ ਉਸ ਤੋਂ ਬਾਅਦ ਭਾਸ਼ਾ ਦਾ ਸੰਚਾਰ ਪ੍ਰਕਿਰਿਆ ਦੇ ਵਿੱਚ ਵਰਤੋਂ ਕਰਨਾ। ਨੈਕਸਟ ਹੈ to start a new language one should learn the association between letters and words first। ਜਦੋਂ ਅਸੀਂ ਕਿਸੇ ਨਵੀਂ ਭਾਸ਼ਾ ਨੂੰ ਸਿੱਖਣਾ ਹੈ ਤਾਂ ਸਭ ਤੋਂ ਪਹਿਲਾਂ ਅਸੀਂ ਉਹਦੇ ਅੱਖਰਾਂ ਤੇ ਸ਼ਬਦਾਂ ਦੇ ਵਿੱਚ ਸੰਬੰਧ ਸਥਾਪਿਤ ਕਰਦੇ ਹਾਂ, ਉਹ ਸਿੱਖਦੇ ਹਾਂ ਕਿ ਕਿਹੜੇ-ਕਿਹੜੇ ਅੱਖਰਾਂ ਨੂੰ ਜੋੜ ਕੇ ਕਿਹੜਾ ਸ਼ਬਦ ਬਣ ਸਕਦਾ ਹੈ। ਉਹਦਾ ਪਤਾ ਸਾਨੂੰ ਲੱਗਦਾ ਉਹਦੇ ਧੁਨੀ ਵਿਗਿਆਨ ਤੋਂ, ਧੁਨੀਆਂ ਤੋਂ। ਤਾਂ ਹੀ ਜਦੋਂ ਅਸੀਂ ਬੱਚੇ ਨੂੰ ਬੋਲਦੇ ਹਾਂ ਘਰ ਲਿਖੋ, ਤਾਂ ਬੱਚਾ ਕੀ ਬੋਲਦਾ ਹੈ? ਕ ਰ। ਕਈ ਵਾਰੀ ਟੀਚਰ ਵੀ ਇਦਾਂ ਹੀ ਬੋਲਦੇ ਆ, ਕ ਰ ਕਰ। ਸ ਰ ਗ ਮ। ਟੀਚਰ ਦਾ ਇਵੇਂ ਬੋਲਣ ਦਾ ਕੀ ਅਰਥ ਹੁੰਦਾ ਹੈ ਕਿ ਉਹ ਬੱਚੇ ਨੂੰ ਸਮਝਾ ਸਕੇ ਕਿ ਕਿਹੜੇ-ਕਿਹੜੇ ਲੈਟਰਸ ਦਾ ਇਸਤੇਮਾਲ ਕਰਨਾ ਉਹਨੇ ਸਰਗਮ ਸ਼ਬਦ ਨੂੰ ਲਿਖਣ ਦੇ ਲਈ। ਤੇ ਜਦੋਂ ਬੱਚੇ ਨੂੰ ਧੁਨੀਆਂ ਦਾ ਗਿਆਨ ਹੋ ਜਾਂਦਾ ਹੈ, ਫਿਰ ਟੀਚਰ ਜਿਹੜੀ ਡਿਕਟੇਸ਼ਨ ਹੈ ਉਹ ਫਟਾਫਟ ਬੋਲਦਾ ਹੈ ਤੇ ਉਹਨੂੰ ਮਤਲਬ ਤੋੜ ਕੇ ਨਹੀਂ ਬੋਲਦਾ, ਸਿੱਧਾ ਹੀ ਬੋਲ ਦਿੰਦਾ ਹੈ, ਰਾਮ ਘਰ ਚੱਲ ਜਗ ਭਰ, ਕਿਉਂਕਿ ਹੁਣ ਬੱਚੇ ਨੂੰ ਧੁਨੀਆਂ ਦਾ ਗਿਆਨ ਹੋ ਚੁੱਕਿਆ। ਤਾਂ ਪਹਿਲਾ ਸਟੈਪ ਕੀ ਹੈ? ਲੈਟਰ ਤੇ ਵਰਡ ਦੇ ਵਿੱਚ ਐਸੋਸੀਏਸ਼ਨ ਸਥਾਪਿਤ ਕਰਨਾ। When we learn language by associating words with its letter, it becomes easy to learn a language efficiency and keep in mind for a long term। ਤੇ ਜਦੋਂ ਅਸੀਂ ਇਸ ਤਰੀਕੇ ਨਾਲ ਭਾਸ਼ਾ ਨੂੰ ਸਿੱਖਦੇ ਹਾਂ ਤਾਂ ਸਾਡੀ ਜਿਹੜੀ ਭਾਸ਼ਾ ਦਾ ਗਿਆਨ ਹੈ, ਭਾਸ਼ਾ ਨੂੰ ਅਸੀਂ ਕੁਸ਼ਲਤਾਪੂਰਵਕ ਸਿੱਖਦੇ ਹਾਂ ਤੇ ਇਹ ਗਿਆਨ ਚਿਰ ਸਥਾਈ ਹੁੰਦਾ ਹੈ, ਸਾਡੇ ਦਿਮਾਗ ਦੇ ਵਿੱਚ ਰਹਿੰਦਾ ਹੈ। ਅੱਛਾ, ਹੁਣ ਇਹਦੇ ਵਿੱਚ ਵੀ ਇਹਨੇ ਇਹ ਦੱਸਿਆ ਵੀ ਇਹ ਜਿਹੜਾ ਸੰਬੰਧ ਹੈ, ਅੱਜ ਕੱਲ੍ਹ ਦੀ ਜਿਹੜੀ ਥਿਊਰੀ ਕਹਿੰਦੀ ਹੈ ਕਿ ਸਾਨੂੰ ਸ਼ਬਦਾਂ ਤੋਂ ਅੱਖਰਾਂ ਵੱਲ ਆਉਣਾ ਚਾਹੀਦਾ ਹੈ, ਨਾ ਕਿ ਅੱਖਰਾਂ ਤੋਂ ਸ਼ਬਦਾਂ ਵੱਲ। ਜਿਹੜਾ ਪਹਿਲਾਂ ਇਹ ਤਰੀਕਾ ਬੋਲਦੇ ਸੀ ਸ ਰ ਗ ਮ, ਇਸ ਦੀ ਬਜਾਏ ਹੁਣ ਟੀਚਰ ਕੀ ਕਰੇਗਾ? ਸ਼ਬਦ ਨੂੰ ਬੋਰਡ ਤੇ ਲਿਖੇਗਾ ਤੇ ਉਸ ਤੋਂ ਬਾਅਦ ਉਹਨੂੰ ਤੋੜ ਕੇ 4 ਹਿੱਸਿਆਂ ਦੇ ਵਿੱਚ ਪਲੱਸ ਦਾ ਸਾਈਨ ਪਾ ਕੇ ਬੱਚਿਆਂ ਨੂੰ ਦੱਸੇਗਾ ਵੀ ਇਹਦੇ ਵਿੱਚ ਆਹ 4 ਲੈਟਰਸ ਆਉਣਗੇ। ਯਾਨੀ ਕਿ ਹੁਣ ਅਸੀਂ ਕੀ ਕਰਦੇ ਹਾਂ? ਹੋਲ ਟੂ ਪਾਰਟ ਮੂਵ ਕਰਦੇ ਹਾਂ। ਨੈਕਸਟ ਹੈ it helps children to link the unfamiliar word to their spoken language। ਇਹ ਬੱਚਿਆਂ ਨੂੰ ਜਿਹੜੇ ਉਹਨਾਂ ਦੇ ਅਨਫੈਮੀਲੀਅਰ ਸ਼ਬਦ ਹੁੰਦੇ ਨੇ, ਜਿਨ੍ਹਾਂ ਤੋਂ ਉਹ ਜਾਣੂ ਨਹੀਂ ਹੁੰਦੇ, ਉਹਨਾਂ ਨੂੰ ਆਪਣੀ ਬੋਲਚਾਲ ਦੀ ਭਾਸ਼ਾ ਦੇ ਵਿੱਚ ਸ਼ਾਮਿਲ ਕਰਦੇ ਨੇ, ਯਾਨੀ ਕਿ ਵਰਤਣਾ ਸ਼ੁਰੂ ਕਰਦੇ ਨੇ ਸਪੋਕਨ ਦੇ ਵਿੱਚ। A few steps to learn a new language। ਸਭ ਤੋਂ ਪਹਿਲਾਂ ਕੀ ਕਰਨਾ ਹੈ? ਪਹਿਲਾ ਸਟੈਪ ਆਪਾਂ ਉੱਪਰ ਵੀ ਕਰਕੇ ਹਟੇ ਹਾਂ, ਐਸੋਸੀਏਸ਼ਨ ਬਿਟਵੀਨ ਲੈਟਰਸ ਐਂਡ ਵਰਡਸ। ਦੈਨ ਸੈਟ ਗੋਲਸ ਐਂਡ ਡੈਡਲਾਈਨ। ਸਮਾਂ ਸੀਮਾ ਵੀ ਨਿਰਧਾਰਿਤ ਕਰਨੀ ਹੈ ਟੀਚਰਾਂ ਦੇ ਨਾਲ ਨਾਲ। ਐਪਰੋਪਰੀਏਟ ਮੈਥਡ ਐਂਡ ਕੰਟੈਂਟ ਚੂਜ਼ ਕਰਨਾ ਹੈ। ਯੂਜ਼ ਦ ਲੈਂਗੁਏਜ ਇਨ ਡੇਲੀ। ਤੇ ਸਭ ਤੋਂ ਜ਼ਿਆਦਾ ਪੋਲਿਸ਼ ਕਰਨ ਦਾ ਤਰੀਕਾ ਕੀ ਹੈ? ਭਾਸ਼ਾ ਨੂੰ ਸੁਧਾਰਨ ਦਾ ਤਰੀਕਾ ਕੀ ਹੈ? ਨਿਖਾਰਨ ਦਾ ਤਰੀਕਾ ਕੀ ਹੈ? ਇਟਸ ਯੂਜ਼ ਇਨ ਕਮਿਊਨੀਕੇਸ਼ਨ। ਸੰਚਾਰ ਦੇ ਵਿੱਚ ਇਸ ਦੀ ਵੱਧ ਤੋਂ ਵੱਧ ਵਰਤੋਂ ਕਰੋ। ਲਿਸਨ ਟੂ ਨੇਟਿਵ ਸਪੀਕਰਸ ਐਂਡ ਵਰਕ ਔਨ ਪ੍ਰੋਨਾਂਸੀਏਸ਼ਨ ਐਟਸੈਟਰਾ। ਭਾਸ਼ਾ ਨੂੰ ਸਪੋਕਨ ਦੇ ਵਿੱਚ ਲਾਗੂ ਕਰਨ ਦੇ ਲਈ, ਸ਼ੁੱਧ ਰੂਪ ਬੋਲਣ ਦੇ ਲਈ ਉਹਦੇ ਜਿਹੜੇ ਭਾਸ਼ਾ ਦੇ ਬੁਲਾਰੇ ਨੇ, ਨੇਟਿਵ ਸਪੀਕਰਸ ਨੇ, ਜਿਨ੍ਹਾਂ ਦੀ ਮਾਤ ਭਾਸ਼ਾ ਮੂਲ ਲੋਕ ਨੇ, ਉਹਨਾਂ ਨੂੰ ਵੱਧ ਤੋਂ ਵੱਧ ਸੁਣੋ ਤੇ ਉਸਦੇ ਪ੍ਰੋਨਾਂਸੀਏਸ਼ਨ ਉਚਾਰਨ ਤੇ ਜ਼ੋਰ ਦਿਓ। ਠੀਕ ਹੈ, ਤਾਂ ਹੀ ਤੁਹਾਡੀ ਭਾਸ਼ਾ ਸ਼ੁੱਧ ਹੋਏਗੀ। ਫੋਰ ਐਗਜ਼ਾਮਪਲ, ਜਿਹੜੇ ਬੱਚੇ ਕੈਨੇਡਾ ਜਾਂਦੇ ਨੇ, ਉਹ ਕੈਨੇਡਾ ਜਾਂ BBC ਦੇ ਰਾਹੀਂ ਸਾਨੂੰ ਜਦੋਂ ਵੀ ਆਇਲਸ ਕਰਦੇ ਨੇ, ਇਹ ਸੁਜੈਸਟ ਕੀਤਾ ਜਾਂਦਾ ਹੈ ਕਿ BBC ਦੇ ਚੈਨਲ ਨੂੰ ਸੁਣੋ, ਕਿਉਂਕਿ ਉਹਨਾਂ ਦਾ ਜਿਹੜਾ ਐਕਸੈਂਟ ਯੂਜ਼ ਕੀਤਾ ਜਾਂਦਾ ਇੰਗਲਿਸ਼ ਦਾ, ਉਹ ਸਾਰੇ ਕਿਤੇ ਹੀ ਚੱਲਦਾ। ਉਹ ਬ੍ਰਿਟਿਸ਼ ਕੋਲੰਬੀਆ ਦਾ ਜਿਹੜਾ ਐਕਸੈਂਟ ਯੂਜ਼ ਕੀਤਾ ਜਾਂਦਾ ਹੈ। ਇਸ ਲਈ ਸਾਨੂੰ ਉਹਨਾਂ ਲੋਕਾਂ ਦੀ ਜਿਹੜੇ ਬੋਲਦੇ ਨੇ ਉਸ ਐਕਸੈਂਟ ਦੇ ਵਿੱਚ, ਉਹਨਾਂ ਨੂੰ ਸੁਣਨ ਤੇ ਜ਼ੋਰ ਦੇਣਾ ਚਾਹੀਦਾ ਹੈ। ਬਾਈ ਫੋਲੋਇੰਗ ਦਿਸ ਸਟੈਪਸ ਵਨ ਕੁਡ ਲਰਨ ਅ ਨਿਊ ਲੈਂਗੁਏਜ ਐਫੀਸ਼ੀਐਂਟਲੀ। ਇਹਨਾਂ ਸਟੈਪਸ ਨੂੰ ਫੋਲੋ ਕਰਕੇ ਕੋਈ ਵੀ ਵਿਅਕਤੀ ਨਵੀਂ ਭਾਸ਼ਾ ਪ੍ਰਭਾਵਸ਼ਾਲੀ ਢੰਗ ਨਾਲ ਕੁਸ਼ਲਤਾਪੂਰਵਕ ਸਿੱਖ ਸਕਦਾ ਹੈ। ਦ ਸੋਸ਼ਲ ਆਸਪੈਕਟ ਆਫ ਲੈਂਗੁਏਜ।
ਇਹ ਤਾਂ ਸੀ ਸਾਡੇ ਪਰਸਨਲ ਐਸਪੈਕਟ ਜਿਹਦੇ ਰਾਹੀਂ ਅਸੀਂ ਆਪਣੀਆਂ ਐਫਰਟਸ ਰਾਹੀਂ ਭਾਸ਼ਾ ਸਿੱਖੀ ਸੀ। ਹੁਣ ਇਹਦਾ ਸੋਸ਼ਲ ਐਸਪੈਕਟ ਕੀ ਹੈ, ਸਮਾਜਿਕ ਪਹਿਲੂ ਕੀ ਹੈ। Our choice of words, selection of sentences are always dependent on the factors such as the context, the person who speaks to, the place where we speak and think. ਜਦੋਂ ਵੀ ਅਸੀਂ ਭਾਸ਼ਾ ਦੇ ਵਿੱਚ ਸ਼ਬਦਾਂ ਦੀ ਚੋਣ ਕਰਨੀ ਹੁੰਦੀ ਹੈ ਤਾਂ ਅਸੀਂ ਆਪਣੇ ਅਨੁਸਾਰ ਨਹੀਂ, ਆਲੇ ਦੁਆਲੇ ਦੇ ਸਾਡੀ ਸੁਸਾਇਟੀ ਦੇ ਅਨੁਸਾਰ ਕਰਦੇ ਹਾਂ। ਠੀਕ ਹੈ ਜੀ। ਕਿਵੇਂ, ਕਿਹੜਾ ਸਾਡਾ ਸੰਦਰਭ ਹੈ, ਸੁੱਖ ਦਾ ਸੰਦਰਭ ਹੈ, ਦੁੱਖ ਦਾ ਸੰਦਰਭ ਹੈ, ਪੇਪਰ ਦਾ ਕੰਟੈਕਸਟ ਹੈ, ਜੋ ਸੰਦਰਭ ਹੈ ਜਿਸ ਦੇ ਲਈ ਭਾਸ਼ਾ ਅਸੀਂ ਵਰਤਣੀ ਆ ਉਹਨੂੰ ਦੇਖਦੇ ਹਾਂ। ਕਿਹੜੇ ਪਰਸਨ ਨਾਲ ਅਸੀਂ ਗੱਲ ਕਰ ਰਹੇ ਹਾਂ, ਜਿਹਦੇ ਨਾਲ ਅਸੀਂ ਗੱਲ ਕਰ ਰਹੇ ਹਾਂ ਉਹਦੇ ਨਾਲ ਅਸੀਂ ਫਾਰਮਲ ਹੋ ਕੇ ਗੱਲ ਕਰਨੀ ਹੈ ਜਾਂ ਇਨਫਾਰਮਲੀ ਗੱਲ ਕਰਨੀ ਹੈ। ਉਹਦੀ ਏਜ, ਉਹਦਾ ਰੁਤਬਾ ਇਸ ਚੀਜ਼ ਨੂੰ ਨਿਰਧਾਰਿਤ ਕਰੇਗਾ। ਇਸ ਤੋਂ ਇਲਾਵਾ ਜਗ੍ਹਾ ਜਿੱਥੇ ਅਸੀਂ ਬੋਲ ਰਹੇ ਹਾਂ, ਕੀ ਅਸੀਂ ਪਬਲਿਕਲੀ ਬੋਲ ਰਹੇ ਹਾਂ ਜਾਂ ਅਸੀਂ ਦੋ ਬੰਦਿਆਂ ਦੇ ਵਿੱਚ ਗੱਲ ਕਰ ਰਹੇ ਹਾਂ ਜਾਂ ਅਸੀਂ ਫਰੈਂਡਸ ਦੇ ਨਾਲ ਗੱਲ ਕਰ ਰਹੇ ਹਾਂ, ਕਿਉਂਕਿ ਪਬਲਿਕਲੀ ਕਦੇ ਵੀ ਲੂਜ਼ ਟਾਕ ਨਹੀਂ ਕੀਤੀ ਜਾ ਸਕਦੀ। ਤੇ ਥੀਮ, ਸਾਡੇ ਬੋਲਣ ਦਾ ਵਿਸ਼ਾ ਕੀ ਹੈ, ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਧਿਆਨ 'ਚ ਰੱਖਦੇ ਹਾਂ society ਦੇ according. This is known as social aspect of language. We don't speak to our father about our school work the same way as we speak to our mom or about our food. ਕਹਿੰਦਾ ਜਿਸ ਤਰੀਕੇ ਨਾਲ ਅਸੀਂ ਆਪਣੇ ਫਾਦਰ ਨਾਲ ਸਕੂਲ ਦੇ ਕੰਮ ਬਾਰੇ ਗੱਲ ਕਰਦੇ ਹਾਂ, ਉਸ ਤਰੀਕੇ ਨਾਲ ਅਸੀਂ ਆਪਣੀ ਮਦਰ ਦੇ ਨਾਲ ਭੋਜਨ ਬਾਰੇ ਗੱਲ ਨਹੀਂ ਕਰਦੇ। Also we can't use the same language with our teachers, the language we use with our friends. ਇਸੇ ਤਰੀਕੇ ਨਾਲ ਦੂਜੀ ਉਦਾਹਰਨ ਕੀ ਹੈ ਕਿ ਜਿਹੜੀ ਭਾਸ਼ਾ ਅਸੀਂ ਆਪਣੇ ਦੋਸਤਾਂ ਨਾਲ ਵਰਤਦੇ ਹਾਂ ਉਹ ਅਸੀਂ ਆਪਣੇ ਟੀਚਰਸ ਨਾਲ ਨਹੀਂ ਵਰਤ ਸਕਦੇ। Social differences and stratifications are prominently observed the way we use language. ਸਾਡੇ ਦੁਆਰਾ ਭਾਸ਼ਾ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ, ਇਹਦੇ ਵਿੱਚ ਇੱਕ ਪੱਖ ਹੋਰ ਵੀ ਆਉਂਦਾ ਹੈ, ਸਮਾਜਿਕ ਅੰਤਰ ਤੇ ਸਮਾਜਿਕ ਪੱਧਰੀਕਰਨ। ਸਟ੍ਰੈਟੀਫਿਕੇਸ਼ਨ ਕੀ ਹੁੰਦਾ ਹੈ, ਸਮਾਜ ਦਾ ਵੱਖਰੇ ਵੱਖਰੇ ਵਰਗਾਂ ਦੇ ਵਿੱਚ ਵਰਗੀਕਰਨ ਕਰਨਾ। ਜਿਵੇਂ ਇੱਕ ਆਪਾਂ ਮੈਸਲੋ ਦੀ ਉਹਦੇ ਵਿੱਚ ਹਾਇਰਾਰਕੀਕਲ ਥਿਊਰੀ ਦੇ ਵਿੱਚ ਪਿਰਾਮਿਡ ਪੜ੍ਹਿਆ ਸੀ। ਇਸੇ ਤਰੀਕੇ ਨਾਲ ਜੇ ਅਸੀਂ ਪਿਰਾਮਿਡ ਬਣਾ ਲਈਏ ਤਾਂ ਬੇਸ ਦੇ ਵਿੱਚ ਕੀ ਹੁੰਦੇ ਆ, ਉਹ ਲੋਕ ਜਿਹੜੇ ਕਿ ਹੈਂਡ ਟੂ ਮਾਊਥ ਹੁੰਦੇ ਨੇ, ਫਿਰ ਮਿਡਲ ਕਲਾਸ ਫੈਮਿਲੀ ਆ ਜਾਂਦੀ ਹੈ ਸੈਂਟਰ ਦੇ ਵਿੱਚ, ਉਸ ਤੋਂ ਬਾਅਦ ਸਮਾਜ ਦੇ ਅਲੱਗ-ਅਲੱਗ ਵਰਗ ਆ ਜਾਂਦੇ ਨੇ, ਐਲੀਟ ਵਰਗ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਜਿਹੜੇ ਉੱਪਰ ਵਾਲੇ ਨੂੰ ਅਸੀਂ ਉਹਨਾਂ ਦਾ ਵਰਗੀਕਰਨ ਕਰਦੇ ਜਾਂਦੇ ਹਾਂ ਆਰਥਿਕਤਾ ਦੇ ਆਧਾਰ ਤੇ। ਠੀਕ ਹੈ ਜੀ। ਇੱਕੋ ਹੀ ਆਰਥਿਕਤਾ ਦੇ ਵਿੱਚ ਵੀ ਕਈ ਕੈਟੇਗਰੀਜ਼ ਹੋ ਸਕਦੀਆਂ ਨੇ। ਜਦੋਂ ਅਸੀਂ ਸਮਾਜ ਨੂੰ ਥੱਲੇ ਤੋਂ ਉੱਪਰ ਵੱਲ ਵਰਗੀਕਰਨ ਕਰਦੇ ਹਾਂ ਆਮਦਨ ਦੇ ਆਧਾਰ ਤੇ ਜਾਂ ਰੁਤਬੇ ਦੇ ਆਧਾਰ ਤੇ, ਠੀਕ ਹੈ ਜੀ, ਤਾਂ ਇਹਨੂੰ ਅਸੀਂ ਵਰਟੀਕਲ ਜਿਹੜਾ ਸਟ੍ਰੈਟੀਫਿਕੇਸ਼ਨ ਕਹਿ ਦਿੰਦੇ ਹਾਂ। ਜਦੋਂ ਹੁਣ ਇੱਕੋ ਹੀ ਰੁਤਬੇ ਦੇ, ਇੱਕੋ ਹੀ ਇਨਕਮ, ਮੰਨ ਲਓ 50,000 ਦੀ ਇਨਕਮ ਵਾਲੇ ਕਈ ਗਰੁੱਪ ਆ ਜਾਣਗੇ ਜਿਹਦੇ ਵਿੱਚ ਬਹੁਤ ਸਾਰੀਆਂ ਕੈਟੇਗਰੀਜ਼ ਆ ਜਾਣਗੀਆਂ। ਕੋਈ ਦੁਕਾਨਦਾਰ ਵੀ ਹੋ ਸਕਦਾ ਹੈ, ਟੀਚਰ ਵੀ ਹੋ ਸਕਦਾ ਹੈ, ਠੀਕ ਹੈ, ਇਸ ਤੋਂ ਇਲਾਵਾ ਕੋਈ ਪਟਵਾਰੀ ਵੀ ਹੋ ਸਕਦਾ ਹੈ। ਤਾਂ ਇਸ ਤਰੀਕੇ ਨਾਲ ਜਿਹੜਾ ਵਰਗੀਕਰਨ ਕੀਤਾ ਜਾਂਦਾ, ਜਿਨ੍ਹਾਂ ਦਾ ਰੁਤਬਾ ਆਲਮੋਸਟ ਸੇਮ ਹੁੰਦਾ ਹੈ ਬਟ ਉਹਨਾਂ ਦੇ ਫਿਰ ਵੀ ਕੰਮ ਵੱਖਰੇ ਵੱਖਰੇ ਹੁੰਦੇ ਨੇ, ਇਸ ਨੂੰ ਅਸੀਂ ਹੌਰੀਜ਼ੌਂਟਲ ਸਟ੍ਰੈਟੀਫਿਕੇਸ਼ਨ ਕਹਿ ਦਿੰਦੇ ਹੁੰਦੇ ਹਾਂ। ਤਾਂ ਭਾਸ਼ਾ ਦੀ ਵਰਤੋਂ ਦੇ ਵਿੱਚ ਅਸੀਂ ਸਮਾਜਿਕ ਅੰਤਰ ਤੇ ਸਟ੍ਰੈਟੀਫਿਕੇਸ਼ਨ ਨੂੰ ਵੀ ਓਬਜ਼ਰਵ ਕਰਦੇ ਹਾਂ, ਯਾਨੀ ਕਿ ਅਲੱਗ-ਅਲੱਗ ਸਟ੍ਰੇਟਸ ਜਾਂ ਅਲੱਗ-ਅਲੱਗ ਜਿਹੜੇ ਸਮਾਜਿਕ ਅੰਤਰ ਵਾਲੇ ਸਮਾਜਿਕ ਪੱਧਰ ਵਾਲੇ ਲੋਕ ਨੇ ਉਹ ਵੱਖਰੀ ਵੱਖਰੀ ਭਾਸ਼ਾ ਦਾ ਇਸਤੇਮਾਲ ਕਰਦੇ ਨੇ। ਇੱਕ IAS ਆਫਿਸਰ ਦੀ ਭਾਸ਼ਾ ਤੇ ਇੱਕ ਅਨਪੜ੍ਹ ਵਿਅਕਤੀ ਦੀ ਭਾਸ਼ਾ ਟੋਟਲੀ ਅਲੱਗ ਹੋਏਗੀ। Sometimes the people of different castes use different styles of the same language. ਕਈ ਵਾਰੀ ਇੱਕੋ ਹੀ ਭਾਸ਼ਾ ਦੇ, ਇੱਕੋ ਹੀ ਕਾਸਟ ਜਾਤੀ ਦੇ ਲੋਕ ਵੀ ਇੱਕੋ ਹੀ ਭਾਸ਼ਾ ਦੇ ਅਲੱਗ-ਅਲੱਗ ਸਟਾਈਲ ਨੂੰ ਵਰਤਦੇ ਨੇ, ਤਰੀਕਿਆਂ ਨੂੰ ਵਰਤਦੇ ਨੇ, ਅਲੱਗ-ਅਲੱਗ ਸ਼ਬਦਾਵਲੀ ਦਾ ਇਸਤੇਮਾਲ ਕਰਦੇ ਨੇ। ਲੈਂਗੁਏਜ ਚੇਂਜਸ ਇਨ ਐਵਰੀ 15 to 20 ਕਿਲੋਮੀਟਰ, 15 ਤੋਂ 20 ਕਿਲੋਮੀਟਰ ਤੱਕ ਭਾਸ਼ਾ ਬਦਲ ਜਾਂਦੀ ਹੈ, ਜਿਹਦੇ ਕਰਕੇ ਇੱਕ ਭਾਸ਼ਾ ਦੇ ਵਿੱਚ ਕਈ ਉਪਭਾਸ਼ਾਵਾਂ ਜਨਮ ਲੈ ਲੈਂਦੀਆਂ। It is often dependent on the way sentences are constructed and words are formed, even the way how the words are pronounced. ਇਹ ਜਿਹੜੀ 15 ਤੋਂ 20 ਕਿਲੋਮੀਟਰ ਤੱਕ ਬਦਲਣ ਵਾਲੀ ਭਾਸ਼ਾ ਹੈ, ਇਹਦੇ ਵਿੱਚ ਸੈਂਟੈਂਸ ਫਾਰਮੇਸ਼ਨ, ਯੂਜ਼ ਆਫ ਵਰਡਸ ਤੇ ਵਰਡਸ ਦੀ ਪ੍ਰੋਨਾਂਸੀਏਸ਼ਨ, ਉਹਨਾਂ ਦਾ ਉਚਾਰਨ, ਤਿੰਨੇ ਚੀਜ਼ਾਂ ਦੇ ਵਿੱਚ ਡਿਫਰੈਂਸ ਦੇਖਣ ਨੂੰ ਮਿਲਦਾ। The moment you open your mouth, you disclose your identity. ਉਹ ਪਲ ਜਦੋਂ ਤੁਸੀਂ ਆਪਣਾ ਮੂੰਹ ਖੋਲਦੇ ਹੋ, ਅਸੀਂ ਆਪਣੀ ਪਹਿਚਾਣ ਦਾ ਖੁਲਾਸਾ ਕਰਦੇ ਹਾਂ। ਤੁਸੀਂ ਕਿੱਥੋਂ ਆਉਂਦੇ ਹੋ, what kind of family you belong to, ਤੁਸੀਂ ਕਿਵੇਂ ਦੀ ਫੈਮਿਲੀ ਨੂੰ ਬਿਲੋਂਗ ਕਰਦੇ ਹੋ, and what sort of people your friend choice circle gets know the moment you say even a small word such as hello. ਸਿੱਧੀ ਜੀ ਗੱਲ ਇਹਨੇ ਕੀ ਕਹੀ ਹੈ, ਕਹਿੰਦਾ ਜਦੋਂ ਉਸੇ ਪਲ ਜਦੋਂ ਤੁਸੀਂ ਮੂੰਹ ਖੋਲ ਕੇ ਇੱਕ ਸਿੰਗਲ ਵਰਡ ਹੈਲੋ ਵੀ ਬੋਲਦੇ ਹੋ, ਉੱਥੋਂ ਹੀ ਤੁਹਾਡੀ ਪਹਿਚਾਣ ਹੋ ਜਾਂਦੀ ਹੈ ਕਿ ਤੁਸੀਂ ਕੌਣ ਹੋ,
ਕਿਵੇਂ ਦੇ ਹੋ, ਮਤਲਬ ਤੁਹਾਡੇ ਨਾਮ ਦੀ ਪਹਿਚਾਣ ਨਹੀਂ ਹੁੰਦੀ ਪਰ ਆਈਡੀਆ ਹੋ ਜਾਂਦਾ ਹੈ ਕਿ ਤੁਸੀਂ ਕਿਵੇਂ ਦੇ ਪਰਿਵਾਰ ਨਾਲ ਸੰਬੰਧਿਤ ਹੋ, ਕਿੱਥੋਂ ਦੇ ਇਲਾਕੇ ਨਾਲ ਤੁਸੀਂ ਸੰਬੰਧਿਤ ਹੋ, ਕਿਹੋ ਜਿਹੇ ਲੋਕ ਤੁਹਾਡੇ ਆਲੇ ਦੁਆਲੇ ਨੇ, ਤੁਹਾਡਾ ਫਰੈਂਡ ਸਰਕਲ ਕਿਦਾਂ ਦਾ। ਦਿਸ ਵੇ ਲਿੰਗੁਇਸਟਿਕ ਆਇਡੈਂਟੀਟੀ ਇਜ਼ ਡਾਇਰੈਕਟਲੀ ਰਿਲੇਟਡ ਟੂ ਸੋਸ਼ਲ ਆਇਡੈਂਟੀਟੀ। ਤਾਂ ਜਿਹੜੀ ਭਾਸ਼ਾ ਦੀ ਪਛਾਣ ਹੁੰਦੀ ਹੈ ਉਹ ਸਮਾਜਿਕ ਪਹਿਚਾਣ ਹੁੰਦੀ ਹੈ। ਫॉर एग्जांपल ਸਾਡੇ ਪੰਜਾਬੀ ਲੋਕਾਂ ਦੀ ਪਹਿਚਾਣ ਪੂਰੇ ਵਿਸ਼ਵ ਦੇ ਵਿੱਚ ਹੈ ਪੰਜਾਬੀ ਭਾਸ਼ਾ ਤੇ ਇਹਨਾਂ ਦੇ ਬੋਲਣ ਦੇ ਤਰੀਕੇ ਕਰਕੇ। ਨੈਕਸਟ ਆਉਂਦਾ ਜੀ ਟੌਪਿਕ ਦੇ ਵਿੱਚ ਆਪਣਾ ਲੈਂਗੁਏਜ ਡਿਵੈਲਪਮੈਂਟ ਇਨ ਅ ਚਾਈਲਡ। ਇੱਕ ਬੱਚੇ ਦੇ ਵਿੱਚ ਭਾਸ਼ਾ ਦਾ ਵਿਕਾਸ ਕਿਵੇਂ ਕਿਵੇਂ ਹੁੰਦਾ ਹੈ। ਤਾਂ ਇਹ ਚੀਜ਼ ਨੂੰ ਭੁੱਲਣਾ ਨਹੀਂ ਹੈ ਕਿ ਬੱਚੇ ਦੇ ਵਿੱਚ ਜਿਹੜਾ ਭਾਸ਼ਾ ਦਾ ਵਿਕਾਸ ਹੈ ਉਹ ਬਾਏ ਬਰਥ ਹੀ ਹੁੰਦਾ ਹੈ। ਜਨਮ ਤੋਂ ਹੀ ਬੱਚੇ ਦੇ ਵਿੱਚ ਭਾਸ਼ਾ ਦਾ ਵਿਕਾਸ ਸ਼ੁਰੂ ਹੋ ਜਾਂਦਾ ਹੈ। 3 to 12 months 3 ਤੋਂ 12 ਮਹੀਨੇ ਦੀ ਉਮਰ ਦੇ ਵਿੱਚ your baby will most likely coo, smile and laugh। ਤੁਹਾਡਾ ਬੱਚਾ ਹੱਸਣਾ ਸ਼ੁਰੂ ਕਰ ਦਿੰਦਾ ਹੈ, ਠੀਕ ਹੈ। ਹੱਸਣ ਦੇ ਨਾਮ ਨੇ ਕੂ, ਸਮਾਈਲ ਤੇ ਲਾਫ। ਐਜ਼ ਦੇ ਗਰੋ, ਜਿਵੇਂ ਜਿਵੇਂ ਉਹ ਵੱਧਦੇ ਜਾਂਦੇ ਨੇ, your baby will begin to play with sounds and communicate with gestures like waving and pointing। ਜਿਵੇਂ ਜਿਵੇਂ ਬੱਚਾ ਹੋਰ ਵੱਡਾ ਹੋ ਰਿਹਾ ਤਾਂ ਉਹ ਕੀ ਕਰਦਾ, ਸਾਊਂਡਸ ਦੇ ਨਾਲ ਪਲੇ ਕਰਨਾ ਸ਼ੁਰੂ ਕਰ ਦਿੰਦਾ ਹੈ ਤੇ ਆਪਣੇ ਹਾਵ ਭਾਵ ਦੇ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੰਦਾ ਹੈ। At the around 4 to 6 months your baby will probably start babbling। ਕਿ ਕਈ ਕਿਤਾਬਾਂ ਦੇ ਵਿੱਚ 6 ਤੋਂ 9 ਮਹੀਨੇ ਵੀ ਲਿਖਿਆ ਹੋਇਆ ਹੈ। 6 ਮਹੀਨੇ ਦੀ ਉਮਰ ਤੇ ਤੁਹਾਡਾ ਬੱਚਾ ਬੈਬਲਿੰਗ ਸ਼ੁਰੂ ਕਰ ਦਿੰਦਾ ਹੈ। ਬੈਬਲਿੰਗ ਦਾ ਅਰਥ ਕੀ ਹੁੰਦਾ ਹੈ? ਬੇਬੀ ਵਿਲ ਮੇਕ ਸਿੰਗਲ ਸਿਲੇਬੀ ਸਾਊਂਡਸ ਲਾਈਕ ਬਾ ਫਰਸਟ ਬਿਫੋਰ ਰਿਪੀਟਿੰਗ them। ਯਾਨੀ ਕਿ ਇੱਕੋ ਹੀ ਸਿੰਗਲ ਵਰਡ ਨੂੰ ਬੱਚਾ ਕੀ ਕਰਦਾ, ਰਿਪੀਟ ਕਰਦਾ। ਪਾ ਪਾ ਪਾ, ਮਾ ਮਾ ਮਾ, ਬਾ ਬਾ ਬਾ। ਇਸ ਨੂੰ ਅਸੀਂ ਬੈਬਲਿੰਗ ਕਹਿੰਦੇ ਹਾਂ। Babbling is followed by a jackground phase where your child might sound like they are telling you something, but their speech won't should sound like recognized words। ਅਗਲਾ ਜਿਹੜਾ ਪੜਾਅ ਹੁੰਦਾ ਇਹਨੂੰ ਜਾਰਗਨ ਪੜਾਅ ਕਹਿੰਦੇ ਆ। ਇੱਥੇ ਤੁਹਾਡਾ ਬੱਚਾ ਐ ਲੱਗਦਾ ਕਿ ਤੁਹਾਨੂੰ ਕੁਝ ਕਹਿ ਰਿਹਾ ਪਰ ਉਹਦੀ ਜਿਹੜੀ ਬੋਲੀ ਉਹ ਸਮਝ ਨਹੀਂ ਆਉਂਦੀ, ਰਿਕੋਗਨਾਈਜ਼ ਨਹੀਂ ਹੁੰਦੀ। ਫਰਸਟ ਵਰਡ ਵਿਦ ਮੀਨਿੰਗ ਆਫਨ ਸਟਾਰਟ ਟੂ ਅਰਾਊਂਡ 12 months or so। ਜਿਹੜੇ ਪਹਿਲੇ ਅਰਥਪੂਰਨ ਸ਼ਬਦ ਬੱਚਾ ਬੋਲਦਾ ਹੈ ਉਹ ਲਗਭਗ 1 ਸਾਲ ਦੀ ਉਮਰ ਤੇ ਬੋਲਣਾ ਸ਼ੁਰੂ ਕਰਦਾ ਹੈ। ਜਿਵੇਂ ਹਜੇ ਵੀ ਉਹ ਪੂਰਾ ਸੈਂਟੈਂਸ ਨਹੀਂ ਬੋਲੇਗਾ, ਉਹ ਵਾਕ ਬੋਲੇਗਾ, ਸ਼ਬਦ ਬੋਲੇਗਾ। ਜਿਵੇਂ ਕਹੇਗਾ ਪਾਣੀ ਤਾਂ ਤੁਸੀਂ ਸਮਝ ਜਾਓਗੇ ਕਿ ਉਹਨੇ ਪਾਣੀ ਪੀਣਾ, ਪਰ ਪੂਰਾ ਸੈਂਟੈਂਸ ਹਜੇ ਬੋਲਣ ਦੇ ਕਾਬਿਲ ਨਹੀਂ ਹੈ ਕਿ ਉਹਨੇ ਪਾਣੀ ਪੀਣਾ। ਨੈਕਸਟ ਆਉਂਦਾ ਜੀ 1 ਤੋਂ 1.5 ਸਾਲ ਤੱਕ ਦਾ ਸਮਾਂ, 12 to 18 months। At this age children often say the first words with meaning। ਆਪਾਂ ਹੁਣੇ ਪੜ੍ਹ ਕੇ ਹਟਿਆ ਕਿ 12 ਮਹੀਨੇ ਦੀ ਉਮਰ ਤੇ ਲਗਭਗ 1.25 ਸਾਲ ਦਾ ਬੱਚਾ ਜਿਹੜਾ ਹੈ ਉਹ ਸ਼ਬਦ ਅਰਥਪੂਰਨ ਸ਼ਬਦਾਂ ਦਾ ਪ੍ਰਯੋਗ ਕਰਦਾ ਹੈ। ਫॉर एग्जांपल when your child says ਦਾਦਾ, your child is actually calling for dad। ਜਦੋਂ ਉਹ ਡੈਡ ਡੈਡ ਬੋਲਦਾ ਹੈ ਤਾਂ ਸਾਨੂੰ ਕੀ ਪਤਾ ਲੱਗ ਗਿਆ ਕਿ ਉਹ ਡੈਡ ਨੂੰ ਬੁਲਾ ਰਿਹਾ ਹੈ। in the next few months ਅਗਲੇ ਕੁਝ ਮਹੀਨਿਆਂ ਦੇ ਵਿੱਚ your child's vocabulary will grow। ਬੱਚੇ ਦੀ ਸ਼ਬਦਾਵਲੀ ਵੱਧ ਜਾਂਦੀ ਹੈ। your child can understand more than they can say। ਤੁਹਾਡਾ ਬੱਚੇ ਦੀ ਹੁਣ ਬੋਲਣ ਨਾਲੋਂ ਸਮਝਣ ਦੀ ਸ਼ਕਤੀ ਜ਼ਿਆਦਾ ਵਿਕਸਿਤ ਹੋ ਰਹੀ ਹੈ। they can also follow simple instructions like sit down। ਤੇ ਸਿੰਪਲ ਜਿਹੜੇ ਨਿਰਦੇਸ਼ ਨੇ, ਸਧਾਰਨ ਹਦਾਇਤਾਂ ਨੇ, ਉਹਨਾਂ ਨੂੰ ਫੋਲੋ ਵੀ ਕਰ ਸਕਦੇ ਨੇ। ਜਿਵੇਂ ਕਿ ਬੈਠਣ ਲਈ ਕਿਹਾ ਗਿਆ ਹੋਵੇ ਸਕੂਲ ਦੇ ਵਿੱਚ ਜਾਂ ਘਰ ਦੇ ਵਿੱਚ ਤਾਂ ਉਹ ਬੈਠ ਜਾਂਦੇ ਨੇ। 18 to 2 year 18 months to 2 year 1.5 ਤੋਂ 2 ਸਾਲ ਤੱਕ ਦਾ ਸਮਾਂ। most children will start to put two words together into short sentence। ਇਹਦੇ ਵਿੱਚ ਕੀ ਟ੍ਰਾਂਜੈਕਸ਼ਨ ਦੇਖਣ ਨੂੰ ਮਿਲਦੀ ਹੈ, ਹੁਣ ਬੱਚਾ 2 ਜਾਂ 3 ਸ਼ਬਦਾਂ ਵਾਲੇ ਵਾਕ ਬਣਾਉਣ ਲੱਗ ਗਿਆ। your child will understand much of what you say and you can understand most of what your child says to you। ਹੁਣ ਬੱਚੇ ਨੂੰ ਤਾਂ ਤੁਹਾਡੀ ਸਮਝ ਆਣੀ ਪਹਿਲਾਂ ਹੀ ਸ਼ੁਰੂ ਹੋ ਗਈ ਸੀ, ਆਪਾਂ ਉੱਪਰ ਪੜ੍ਹ ਕੇ ਆਏ ਹਾਂ ਬੱਚੇ ਦੀ ਸਮਝ ਵਿਕਸਿਤ ਹੋ ਰਹੀ ਹੈ। ਹੁਣ ਤੁਹਾਨੂੰ ਵੀ ਬੱਚੇ ਦੀ ਸਮਝ ਜਿਹੜੀ ਆਉਣ ਲੱਗ ਗਈ, ਜਿਹੜੀ ਕਿ ਪਹਿਲਾਂ ਕਲੀਅਰ ਨਹੀਂ ਸੀ। Unfamiliar people will understand about half of what your child says। ਪਰ ਬੱਚੇ ਦੀ ਜਿਹੜੀ ਭਾਸ਼ਾ ਹੈ, ਜਿਹੜੇ ਅਣਜਾਣ ਲੋਕ ਨੇ ਜਿਨ੍ਹਾਂ ਨੂੰ ਉਹ ਕਦੇ-ਕਦੇ ਮਿਲਦਾ ਜਾਂ ਰੇਅਰਲੀ ਮਿਲਦਾ ਉਹ ਥੋੜੀ ਜਿਹੀ ਘੱਟ ਸਮਝਣਗੇ। ਹਾਂ, ਪਰਿਵਾਰਿਕ ਮੈਂਬਰ ਜ਼ਰੂਰ ਸਮਝ ਜਾਣਗੇ। 2 to 3 years the child most likely speaks in sentences of 3 to 4 words। ਬੱਚੇ ਦਾ ਹੁਣ ਵਾਕ ਥੋੜਾ ਜਿਹਾ ਲੰਬਾ ਹੋ ਗਿਆ, 4 ਸ਼ਬਦਾਂ ਤੇ ਪਹੁੰਚ ਗਿਆ। and is getting better at saying words correctly। ਹੁਣ ਬੱਚਾ ਸ਼ਬਦਾਂ ਨੂੰ ਸਹੀ ਵੀ ਬੋਲਣ ਲੱਗ ਗਿਆ, ਉਹਦਾ ਉਚਾਰਨ ਵੀ ਸ਼ੁੱਧ ਹੋ ਗਿਆ। your child might play and talk at the same time। ਇੱਕੋ ਸਮੇਂ ਖੇਡਦਾ ਵੀ ਹੈ, ਗੱਲਬਾਤ ਵੀ ਕਰਦਾ ਹੈ। strangers can probably understand about 3/4 of what your child says
by the time your age is 3। 3 ਸਾਲ ਦੀ ਉਮਰ 'ਚ ਜਿਹੜੇ ਅਜਨਬੀ ਲੋਕ ਨੇ ਉਹ ਤੁਹਾਡੇ ਬੱਚੇ ਦੀ ਕਹੀ ਹੋਈ ਗੱਲ ਦਾ 3/4 75% ਸਮਝ ਲੈਂਦੇ ਨੇ, ਜਿਹੜਾ ਕਿ 1 ਸਾਲ ਪਹਿਲਾਂ ਉਹ ਕੇਵਲ 50% ਸਮਝਦੇ ਸੀ। 3 to 5 years you can expect longer more complex conversation about your child's thoughts and feelings। ਹੁਣ ਤੁਹਾਡੇ ਬੱਚੇ ਦੇ ਵਿਚਾਰ ਤੇ ਜਿਹੜੀਆਂ ਉਹਦੀਆਂ ਫੀਲਿੰਗਸ ਨੇ, ਭਾਵਨਾਵਾਂ ਬਾਰੇ ਤੁਸੀਂ ਇਹ ਆਸ ਕਰ ਸਕਦੇ ਹੋ ਕਿ ਉਹ ਲੰਬੇ ਤੇ ਗੁੰਝਲਦਾਰ ਗੱਲਬਾਤ ਕਰ ਸਕਦਾ ਹੈ। Your child might also ask about things, people and places that are not in front of them। ਤੁਹਾਡਾ ਬੱਚਾ ਇਹ ਜਿਹੜੀਆਂ ਉਹ ਗੱਲਾਂ ਵੀ ਪੁੱਛੇਗਾ ਜਿਹੜੀਆਂ ਸਾਹਮਣੇ ਨਹੀਂ ਹੈਗੀਆਂ। For example, is it raining at grandma's house too? ਜੇ ਉਰੇ ਮੀਂਹ ਪੈ ਰਿਹਾ ਤਾਂ ਕੀ, ਜਿਵੇਂ ਬੱਚੇ ਅਕਸਰ ਪੁੱਛਦੇ ਨੇ ਕਿ ਨਾਨੀ ਦੇ ਘਰ ਵੀ ਮੀਂਹ ਪੈ ਰਿਹਾ। ਇਦਾਂ ਦੇ ਸਵਾਲ ਉਹਨਾਂ ਦੀ ਇਮੇਜਿਨੇਸ਼ਨ ਚੋਂ ਨਿਕਲਣੇ ਸ਼ੁਰੂ ਹੋ ਗਏ। Your child will probably also want to talk about a wide range of topics। ਬਹੁਤ ਸਾਰੇ ਵਿਸ਼ਿਆਂ ਤੇ ਗੱਲਬਾਤ ਕਰਨੀ ਸ਼ੁਰੂ ਕਰ ਦਿੰਦਾ ਹੈ, ਚਾਹੁੰਦਾ ਹੈ। And their vocabulary will keep growing। ਤੇ ਉਹਨਾਂ ਦੀ ਸ਼ਬਦਾਵਲੀ ਹੈ ਜਿਹੜੀ ਵਧੀ ਜਾਏਗੀ। Your child might show understanding of the basic grammar and start using sentence with words like because, if, so, when। ਹੁਣ ਤੁਹਾਡੇ ਬੱਚੇ ਦੀ ਜਿਹੜੀ ਭਾਸ਼ਾ ਸੰਬੰਧੀ ਸਮਝ ਹੈ ਉਹ ਬੇਸਿਕ ਗ੍ਰਾਮਰ ਰੂਲਸ ਨੂੰ ਸਮਝ ਰਿਹਾ ਹੈ ਤੇ ਜੋੜਕ ਜਿਹੜੇ ਵਾਕ ਨੇ ਉਹ ਵੀ ਬਣਾ ਰਿਹਾ ਹੈ, ਜਿਨ੍ਹਾਂ ਦੇ ਵਿੱਚ ਅਸੀਂ ਕਿਸੇ ਨਾ ਕਿਸੇ ਕੰਜੰਕਸ਼ਨ ਦੀ ਵਰਤੋਂ ਕਰਦੇ ਹਾਂ। ਐਂਡ ਯੂ ਕੈਨ ਲੁੱਕ ਫਾਰਵਰਡ ਟੂ ਸਮ ਐਂਟਰਟੇਨਿੰਗ ਸਟੋਰੀਜ਼ ਟੂ। ਤੇ ਇਸ ਉਮਰ ਦੇ ਵਿੱਚ ਬੱਚਾ ਤੁਹਾਨੂੰ ਥੋੜੀਆਂ ਕਹਾਣੀਆਂ ਵੀ ਸੁਣਾਉਣੀਆਂ ਸ਼ੁਰੂ ਕਰ ਦਿੰਦਾ। 5 to 8 years ਦੀ ਏਜ ਤੇ, ਜਦੋਂ ਕਿ ਅਰਲੀ ਚਾਈਲਡਹੁੱਡ ਦੀ ਏਜ ਹੈ, ਬੱਚੇ ਦੀ ਸਕੂਲ ਦੀ ਏਜ ਹੈ, your child will learn more words and start to understand how sounds within language work together। ਹੁਣ ਬੱਚੇ ਨੂੰ ਧੁਨੀਆਂ ਦਾ ਵਧੀਆ ਗਿਆਨ ਹੋ ਗਿਆ, ਸਮਝ ਅੱਛੀ ਵਿਕਸਿਤ ਹੋ ਗਈ। your child will also become a better storyteller। ਵਧੀਆ ਸਟੋਰੀ ਸੁਣਾ ਸਕਦਾ ਹੁਣ। as they learn to put words together in different ways। ਕਿਉਂਕਿ ਹੁਣ ਉਹਨਾਂ ਨੂੰ ਸ਼ਬਦਾਂ ਦਾ ਹੇਰ-ਫੇਰ ਕਰਨਾ ਆ ਗਿਆ, ਸ਼ਬਦਾਂ ਨੂੰ ਅੱਗੇ ਪਿੱਛੇ ਕਰਕੇ ਸਹੀ ਤਰਤੀਬ ਚ ਲਾ ਕੇ ਸੈਂਟੈਂਸ ਬੋਲਣੇ ਆਉਂਦੇ ਨੇ। ਐਂਡ ਡਿਫਰੈਂਟ ਟਾਈਪਸ ਆਫ ਸੈਂਟੈਂਸਸ ਉਹ ਬਣਾ ਸਕਦੇ ਨੇ, ਸਿੰਪਲ ਵੀ, ਕੰਪਲੈਕਸ ਵੀ। These skills also let your child share ideas and opinion। ਆਪਣੇ ਵਿਚਾਰ, ਆਪਣੇ ਰਾਏ ਦੇਣ ਵਾਸਤੇ ਵੀ ਉਹ ਇਹਨਾਂ ਕੌਸ਼ਲਾਂ ਦੀ ਵਰਤੋਂ ਕਰਦੇ ਨੇ। By the 8 years, your child will be able to have adult-like conversation। 8 ਸਾਲ ਦੀ ਉਮਰ ਤੱਕ ਜਾਂਦੇ ਜਾਂਦੇ ਤੁਹਾਡੇ ਬੱਚੇ ਦੀ ਜਿਹੜੀ ਭਾਸ਼ਾ ਹੈ ਉਹ ਪੂਰੀ ਤਰ੍ਹਾਂ ਇੱਕ ਬਾਲਗ ਦੀ ਤਰ੍ਹਾਂ ਵਿਕਸਿਤ ਹੋ ਜਾਂਦੀ ਹੈ। ਕਹਿਣ ਦਾ ਭਾਵ ਬੱਚੇ ਦਾ ਹੁਣ ਭਾਸ਼ਾ ਦਾ ਸੰਪੂਰਨ ਵਿਕਾਸ ਹੋ ਚੁੱਕਿਆ ਹੈ। ਇਹਦੇ ਲਈ 8 ਸਾਲ ਦੀ ਉਮਰ ਫਿਕਸ ਨਹੀਂ ਹੈ, ਇਹ ਡਿਪੈਂਡ ਕਰੇਗਾ ਤੁਹਾਡੇ ਬੱਚੇ ਦੇ ਬੌਧਿਕ ਵਿਕਾਸ ਤੇ। ਕੁਝ ਬੱਚੇ 6, 7 ਤੇ 8 ਮਤਲਬ 6 ਤੋਂ ਲੈ ਕੇ 8 ਸਾਲ ਦੀ ਉਮਰ ਦੇ ਵਿੱਚ ਬੱਚੇ ਪੂਰੀ ਤਰ੍ਹਾਂ ਭਾਸ਼ਾ ਦਾ ਵਿਕਾਸ ਕਰ ਲੈਂਦੇ ਨੇ। ਤੇ ਇਸ ਨੂੰ ਅਸੀਂ ਕੀ ਕਹਿੰਦੇ ਆ, ਜਿਹੜਾ ਇਹ ਸਾਡੀ ਭਾਸ਼ਾ ਦੇ ਵਿਕਾਸ ਦਾ ਸਮਾਂ ਹੈ, ਜਿੰਨੇ ਅਸੀਂ ਉੱਪਰ ਫੇਜ਼ ਪੜ੍ਹੇ ਨੇ ਬਰਥ ਤੋਂ ਲੈ ਕੇ, ਇਸ ਨੂੰ ਅਸੀਂ ਅਰਲੀ ਚਾਈਲਡਹੁੱਡ ਤੱਕ ਦੇ ਸਮੇਂ ਨੂੰ ਅਸੀਂ ਕੀ ਕਹਿੰਦੇ ਆ, ਕ੍ਰਿਟੀਕਲ ਪੀਰੀਅਡ ਕਹਿੰਦੇ ਆ। ਦ ਕ੍ਰਿਟੀਕਲ ਪੀਰੀਅਡ ਆਫ ਲੈਂਗੁਏਜ ਡਿਵੈਲਪਮੈਂਟ। ਭਾਸ਼ਾ ਦੇ ਵਿਕਾਸ ਦਾ ਨਾਜ਼ੁਕ ਸਮਾਂ, ਕਈ ਥਾਵਾਂ ਤੇ ਇਹਨੂੰ 6 ਸਾਲ ਤੱਕ ਹੀ ਲਿਖਿਆ ਹੋਇਆ ਤੇ ਵੈਸੇ ਇਹ 8 ਸਾਲ ਤੱਕ ਦਾ ਬਣਦਾ ਹੈ। ਅੱਗੇ ਆਉਂਦੀਆਂ ਡਿਵੈਲਪਮੈਂਟਲ ਐਰਰ। ਡਿਵੈਲਪਮੈਂਟਲ ਐਰਰ ਕੀ ਹੁੰਦੀਆਂ ਨੇ? ਜਦੋਂ ਬੱਚੇ ਦੀ ਭਾਸ਼ਾ ਦਾ ਵਿਕਾਸ ਹੁੰਦਾ ਹੈ ਤਾਂ ਬਹੁਤ ਸਾਰੀਆਂ ਗਲਤੀਆਂ ਵੀ ਬੱਚਾ ਨਾਲੋਂ ਨਾਲ ਸਿੱਖ ਜਾਂਦਾ ਹੈ, ਜਿਹੜੀਆਂ ਕਿ ਸਾਡੇ ਆਲੇ ਦੁਆਲੇ ਤੇ ਨਿਰਭਰ ਕਰਦੀਆਂ ਨੇ। ਡਿਵੈਲਪਮੈਂਟਲ ਐਰਰਸ ਅਕਰ when a learner attempts to build up hypothesis। ਇਹ ਉਦੋਂ ਹੁੰਦੀਆਂ ਨੇ ਗਲਤੀਆਂ ਜਦੋਂ ਅਸੀਂ ਭਾਸ਼ਾ ਦੇ ਸੰਬੰਧੀ ਬੱਚਾ ਪਰਿਕਲਪਨਾ ਬਣਾ ਲੈਂਦਾ ਵੀ ਇਹਨੂੰ ਐਂ ਬੋਲਿਆ ਜਾ ਸਕਦਾ ਹੈ about the language from his limited experience or it in the classroom or textbook। ਜਦੋਂ ਉਹ ਆਪਣੇ ਘੱਟ ਤਜਰਬੇ ਦੇ ਵਿੱਚੋਂ ਭਾਸ਼ਾ ਬਾਰੇ ਪਰਿਕਲਪਨਾ ਬਣਾਉਂਦਾ, ਅਨੁਮਾਨ ਲਗਾਉਂਦਾ ਤਾਂ ਉਹ ਗਲਤੀਆਂ ਕਰਦਾ। Developmental error indicate that the learner has started developing their linguistic knowledge and fail to reproduce the rules they have lately been exposed to in target language learning। ਕਹਿੰਦੇ ਡਿਵੈਲਪਮੈਂਟ ਐਰਰ ਤੋਂ ਸਿੱਧ ਹੋ ਰਿਹਾ ਕਿ ਬੱਚਾ ਭਾਸ਼ਾ ਦਾ ਗਿਆਨ ਵਧਾਉਂਦੇ ਠੀਕ ਹੈ, ਉਹ ਕੁਝ ਨਿਯਮਾਂ ਨੂੰ ਗੇਨ ਕਰਨ ਦੇ ਅਸਮਰਥ ਹੋ ਗਿਆ, ਜਿਹੜੇ ਕਿ ਉਹਨੂੰ ਟਾਰਗੇਟ ਲੈਂਗੁਏਜ ਲਰਨਿੰਗ ਦੇ ਵਿੱਚ ਦਿਖਾਏ ਗਏ ਸੀ। ਯਾਨੀ ਕਿ ਕਈ ਵਾਰੀ ਉਹ ਆਪਣੇ ਹੀ ਰੂਲ ਬਣਾ ਲੈਂਦਾ ਹੈ। ਡਿਵੈਲਪਮੈਂਟਲ ਐਰਰ ਆਰ ਦੋਜ਼ ਸਿਮਿਲਰ ਟੂ ਲੈਂਗੁਏਜ 1 ਲਰਨਿੰਗ ਐਰਰਸ। ਵਿਕਾਸ ਸੰਬੰਧੀ ਗਲਤੀਆਂ ਜਿਹੜੀਆਂ ਜ਼ਿਆਦਾਤਰ ਹੁੰਦੀਆਂ ਨੇ ਉਹ ਪਹਿਲੀ ਭਾਸ਼ਾ ਦੇ ਜ਼ਿਆਦਾ ਹੁੰਦੀਆਂ ਨੇ, ਕਿਉਂਕਿ ਪਹਿਲੀ ਭਾਸ਼ਾ ਨੂੰ ਬੱਚਾ ਆਲੇ ਦੁਆਲੇ ਤੋਂ ਸਿੱਖਦਾ ਹੈ ਤੇ ਇਹੀ ਗਲਤੀਆਂ ਫਿਰ ਉਹ ਦੂਜੀ ਭਾਸ਼ਾ 'ਚ ਵੀ ਲੈ ਜਾਂਦਾ ਹੈ।
Developmental errors of language to learners are brought about by two dominant language, mother tongue and target language of the learners. ਜਿਹੜੀਆਂ ਡਿਵੈਲਪਮੈਂਟਲ ਐਰਰਸ ਹੁੰਦੀਆਂ, ਕੋਈ ਹੋਰ ਤੀਜੀ ਭਾਸ਼ਾ ਬੱਚਾ ਸਿੱਖ ਰਿਹਾ ਹੈ ਜਿਹਨੂੰ ਅਸੀਂ ਹਮੇਸ਼ਾ L2 ਨਾਲ ਰਿਪਰੈਜ਼ੈਂਟ ਕਰਨਾ ਹੈ, ਫੋਰਨ ਲੈਂਗੁਏਜ, ਸੈਕੰਡ ਲੈਂਗੁਏਜ, ਕਹਿੰਦਾ ਇਹ ਹਮੇਸ਼ਾ ਜਿਹੜੀਆਂ ਗਲਤੀਆਂ ਆਉਂਦੀਆਂ ਨੇ ਮਦਰ ਟੰਗ ਤੋਂ ਜਾਂ ਟਾਰਗੇਟ ਲੈਂਗੁਏਜ ਤੋਂ ਹੀ ਆਉਂਦੀਆਂ ਨੇ। ਅੱਗੇ ਆਉਂਦਾ ਜੀ ਦ ਡਿਵੈਲਪਮੈਂਟ ਐਰਰ ਆਰ ਆਫ 4 ਟਾਈਪਸ, 4 ਤਰ੍ਹਾਂ ਦੀਆਂ ਹੁੰਦੀਆਂ ਨੇ। ਅੱਛਾ, ਇੱਕ ਤੁਹਾਡੇ ਦਿਮਾਗ ਦੇ ਵਿੱਚ ਗੱਲ ਆਈ ਹੋਊਗੀ ਵੀ ਟਾਰਗੇਟ ਲੈਂਗੁਏਜ ਤੇ ਲੈਂਗੁਏਜ 2 ਦੇ ਵਿੱਚ ਕੀ ਫਰਕ ਹੈ। ਠੀਕ ਹੈ ਜੀ, ਟਾਰਗੇਟ ਲੈਂਗੁਏਜ ਹੁੰਦੀ ਹੈ ਜਿਹੜੀ ਅਸੀਂ ਭਾਸ਼ਾ ਬੱਚੇ ਦੇ ਵਿੱਚ ਵਿਕਸਿਤ ਕਰਨੀ ਹੁੰਦੀ ਹੈ ਤੇ ਬਹੁਤੀ ਵਾਰੀ ਜਿਹੜੀ ਇਹ ਸਾਡੀ ਟਾਰਗੇਟ ਲੈਂਗੁਏਜ ਹੁੰਦੀ ਹੈ ਇਹ ਲੈਂਗੁਏਜ 2 ਵੀ ਹੁੰਦੀ ਹੈ। ਨੈਕਸਟ ਆਉਂਦਾ ਜੀ ਓਵਰ ਜਨਰਲਾਈਜੇਸ਼ਨ। ਕਿਹੜੀਆਂ 4 ਤਰ੍ਹਾਂ ਦੀਆਂ ਗਲਤੀਆਂ ਕਿਹੜੀਆਂ ਨੇ? ਓਵਰ ਜਨਰਲਾਈਜੇਸ਼ਨ। ਜਨਰਲਾਈਜੇਸ਼ਨ ਹੁੰਦਾ ਸਧਾਰਨੀਕਰਨ। ਜਦੋਂ ਅਸੀਂ ਨਿਯਮ ਬਣਾਉਂਦੇ ਆ, ਇਟ ਕਵਰਸ ਇੰਸਟੈਂਸਸ where the learner creates a deviant structure based on the experience of both structure in the target language। ਜਦੋਂ ਦੋ ਬੰਤਰਾਂ ਬਾਰੇ, ਦੋ ਸਟਰਕਚਰਸ ਬਾਰੇ ਉਹ ਆਪਣੇ ਹੀ ਤਜਰਬੇ ਦੇ ਆਧਾਰ ਤੇ ਕੋਈ ਨਿਯਮ ਬਣਾ ਲੈਂਦਾ ਟਾਰਗੇਟ ਲੈਂਗੁਏਜ ਦੇ ਵਿੱਚ ਤਾਂ ਓਵਰ ਜਨਰਲਾਈਜੇਸ਼ਨ ਹੋ ਜਾਂਦੀ ਹੈ। ਠੀਕ ਹੈ, ਫॉर एग्जांपल ਸਾਡੀ ਟਾਰਗੇਟ ਲੈਂਗੁਏਜ ਇੰਗਲਿਸ਼ ਹੈ, ਮੈਂ ਪੰਜਾਬੀ ਚ ਬੋਲਦੀ ਹਾਂ ਰਾਮ ਪਾਣੀ ਪੀਂਦਾ ਹੈ, ਤਾਂ ਮੈਂ ਇੰਗਲਿਸ਼ ਚ ਕੀ ਲਿਖ ਲਾਂ? ਰਾਮ ਵਾਟਰ ਡਰਿੰਕਿੰਗ। ਤਾਂ ਗਲਤ ਹੋ ਗਿਆ ਕਿਉਂਕਿ ਮੈਂ ਜਿਹੜਾ ਰੂਲ ਪੰਜਾਬੀ ਵਾਲਾ ਸੀ ਉਹਨੂੰ ਕਿਹਦੇ ਚ ਲਗਾਤਾ? ਅੰਗਰੇਜ਼ੀ ਦੇ ਵਿੱਚ ਲਗਾਤਾ। ਠੀਕ ਹੈ ਜੀ, ਪਰ ਅੰਗਰੇਜ਼ੀ ਦਾ ਨਿਯਮ ਹੋਰ ਹੈ, ਪੰਜਾਬੀ ਦਾ ਨਿਯਮ ਹੋਰ ਹੈ। ਨੈਕਸਟ ਹੈ ਜੀ ਇਗਨੋਰੈਂਸ ਆਫ ਦਾ ਰੂਲ ਰੈਸਟ੍ਰਿਕਸ਼ਨ। ਕਈ ਵਾਰੀ ਅਸੀਂ ਨਿਯਮ ਦੀ ਅਣਦੇਖੀ ਵੀ ਕਰਦੇ ਹਾਂ। ਇਟ ਇਜ਼ ਅ ਫੇਲਿਅਰ ਟੂ ਅਬਜ਼ਰਵ ਦਾ ਰੈਸਟ੍ਰਿਕਸ਼ਨ ਆਫ ਐਗਜ਼ਿਸਟਿੰਗ ਸਟਰਕਚਰ। ਹਰੇਕ ਭਾਸ਼ਾ ਦੇ ਵਿੱਚ ਕੁਝ ਨਿਯਮ ਹੁੰਦੇ ਨੇ, ਕੁਝ ਰੋਕਾਂ ਹੁੰਦੀਆਂ ਨੇ, ਰੈਸਟ੍ਰਿਕਸ਼ਨਸ ਹੁੰਦੀਆਂ ਨੇ। ਜਦੋਂ ਅਸੀਂ ਇਹਨਾਂ ਨੂੰ ਭੁੱਲ ਜਾਂਦੇ ਹਾਂ, ਇਗਨੋਰ ਕਰ ਦਿੰਦੇ ਹਾਂ, ਠੀਕ ਹੈ, ਤਾਂ ਅਸੀਂ ਰੂਲਸ ਨੂੰ ਸਹੀ ਤਰੀਕੇ ਨਾਲ ਅਪਲਾਈ ਨਹੀਂ ਕਰਦੇ। ਦੈਟ ਇਜ਼ ਦਾ ਐਪਲੀਕੇਸ਼ਨ ਰੂਲਸ ਆਫ ਦਾ ਰੂਲਸ ਟੂ ਕੰਟੈਕਸਟ ਵੇਅਰ ਦੇ ਡੋਂਟ ਅਪਲਾਈ। ਤਾਂ ਉਹਦੇ ਨਾਲ ਕੀ ਹੋ ਜਾਂਦਾ? ਸਾਡਾ ਭਾਸ਼ਾ ਦੇ ਵਿੱਚ ਅਸ਼ੁੱਧੀਆਂ ਆ ਜਾਂਦੀਆਂ ਨੇ। ਇਨਕੰਪਲੀਟ ਐਪਲੀਕੇਸ਼ਨ ਆਫ ਰੂਲਸ। ਇੱਥੇ ਹੁਣ ਕੀ ਅਗਰ ਰੂਲ ਲਗਾਏ ਵੀ ਪਰ ਅਧੂਰੇ ਲਗਾਤੇ। ਠੀਕ ਹੈ, ਇਟ ਇਜ਼ ਫੇਲਿਅਰ ਟੂ ਅਬਜ਼ਰਵ ਦਾ ਐਪਲੀਕੇਸ਼ਨ ਆਫ ਕੰਪਲੀਟ ਰੂਲਸ। ਉੱਪਰ ਤਾਂ ਅਸੀਂ ਰੂਲਸ ਨੂੰ ਅਣਦੇਖਿਆ ਹੀ ਕੀਤਾ ਸੀ, ਇੱਥੇ ਅਸੀਂ ਅੱਧੇ ਅਧੂਰੇ ਲਗਾਤੇ ਕਿਸੇ ਪਾਰਟਿਕੂਲਰ ਕੰਟੈਕਸਟ ਦੇ ਵਿੱਚ। ਤੇ ਨੈਕਸਟ ਆਉਂਦਾ ਜੀ ਫਾਲਸ ਕਨਸੈਪਟਸ ਹਾਈਪੋਥਾਈਜ਼ਡ। ਕਈ ਵਾਰੀ ਸਾਡੇ ਦਿਮਾਗ ਦੇ ਵਿੱਚ ਗਲਤ ਧਾਰਨਾਵਾਂ ਵੀ ਬਣ ਜਾਂਦੀਆਂ ਨੇ, ਇਹ ਵੀ ਐਰਰਸ ਨੂੰ ਜਨਮ ਦਿੰਦੀਆਂ ਨੇ। ਇਨ ਦਿਸ ਐਰਰ ਡਿਰਾਈਵ ਫਰਮ ਫਾਲਟੀ ਕਨਵਰਜ਼ੇਸ਼ਨ ਆਫ ਡਿਸਟਿੰਕਸ਼ਨ। ਜਦੋਂ ਅਸੀਂ ਭਿੰਨਤਾਵਾਂ ਨੂੰ ਦੇਖਦੇ ਨਹੀਂ, ਉਹਨਾਂ ਦਾ ਮੀਨਿੰਗ ਗਲਤ ਕੱਢ ਲੈਂਦੇ ਆ, ਉਹਦੇ ਨਾਲ ਵੀ ਸਾਡੀ ਭਾਸ਼ਾ ਅਸ਼ੁੱਧ ਹੋ ਜਾਂਦੀ ਹੈ। ਇਨ ਦਾ ਟਾਰਗੇਟ ਲੈਂਗੁਏਜ ਦੇਰ ਆਰ ਸਮਟਾਈਮਸ ਡਿਊ ਟੂ ਪੂਅਰ ਗ੍ਰੇਡੇਸ਼ਨ ਆਫ ਟੀਚਿੰਗ ਆਈਟਮਸ। ਟਾਰਗੇਟ ਲੈਂਗੁਏਜ ਦੇ ਵਿੱਚ ਇਹ ਕਾਹਦੇ ਕਰਕੇ ਹੁੰਦਾ ਹੈ? ਜਦੋਂ ਅਸੀਂ ਪੜਾਉਣ ਵਾਲੀਆਂ ਜਿਹੜੀਆਂ ਚੀਜ਼ਾਂ ਉਹਨਾਂ ਦੀ ਗ੍ਰੇਡੇਸ਼ਨ ਠੀਕ ਨਹੀਂ ਕੀਤੀ ਹੋਈ। ਠੀਕ ਹੈ ਜੀ, ਸਿੰਪਲੀਫਿਕੇਸ਼ਨ ਕੀ ਹੈ? ਜਦੋਂ ਅਸੀਂ ਸਿੰਪਲ ਰੂਲਸ ਨੂੰ ਯੂਜ਼ ਕਰਦੇ ਹਾਂ ਕੰਪਲੈਕਸ ਦੀ ਥਾਂ ਤੇ। ਹਾਈਪਰ ਕਰੈਕਸ਼ਨ ਕੀ ਹੈ? ਜਦੋਂ ਅਸੀਂ ਰੂਲਸ ਨੂੰ ਓਵਰ ਅਪਲਾਈ ਕਰਦੇ ਹਾਂ। ਠੀਕ ਹੈ, ਇੱਥੇ ਘੱਟ ਅਪਲਾਈ ਕਰਦੇ ਹਾਂ ਸਿੰਪਲੀਫਿਕੇਸ਼ਨ ਦੇ ਵਿੱਚ, ਸਿੰਪਲਰ ਫਾਰਮ ਦੇ ਵਿੱਚ, ਇੱਥੇ ਅਸੀਂ ਓਵਰ ਅਪਲਾਈ ਕਰਦੇ ਹਾਂ। ਨੈਕਸਟ ਅਸੀਂ ਗੱਲ ਕਰਦੇ ਹਾਂ ਲੈਂਗੁਏਜ ਐਂਡ ਥਾਟ ਦੀ। ਕਹਿਣ ਦਾ ਭਾਵ ਇਹਦੇ ਵਿੱਚ ਦੋ ਕਨਸੈਪਟਸ ਬਣਦੇ ਨੇ, ਵੈਦਰ ਲੈਂਗੁਏਜ ਡਿਟਰਮਿਨਸ ਥਾਟ, ਵੈਦਰ ਥਾਟ ਡਿਟਰਮਿਨ ਲੈਂਗੁਏਜ। ਕਹਿਣ ਦਾ ਭਾਵ ਭਾਸ਼ਾ ਵਿਚਾਰਾਂ ਨੂੰ ਪ੍ਰਭਾਵਿਤ ਕਰਦੀ ਹੈ ਜਾਂ ਫਿਰ ਜਿਹੜੇ ਵਿਚਾਰ ਨੇ ਉਹ ਭਾਸ਼ਾ ਨੂੰ ਨਿਰਧਾਰਿਤ ਕਰਦੇ ਨੇ। ਇਹਦੇ ਲਈ ਕੁਝ ਹਾਈਪੋਥੇਸਿਸ ਨੇ, linguistic relativity and linguistic determinism. Linguistic determinism states that society is in some way confined by its language, that language actually determines thought and culture. Language determinism ਇੱਕ strong hypothesis ਹੈ ਜਿਹੜਾ ਇਹ ਕਹਿੰਦਾ ਹੈ ਕਿ ਸਮਾਜ ਕਿਸੇ ਨਾ ਕਿਸੇ ਰੂਪ ਵਿੱਚ ਆਪਣੀ ਭਾਸ਼ਾ ਦੁਆਰਾ ਸੀਮਿਤ ਹੈ। ਯਾਨੀ ਕਿ ਸਮਾਜ ਦਾ ਦਾਇਰਾ ਭਾਸ਼ਾ ਨੇ ਨਿਰਧਾਰਿਤ ਕੀਤਾ ਹੋਇਆ ਹੈ ਕਿ ਲੈਂਗੁਏਜ ਹੀ ਹੈ ਜਿਹੜੀ ਸਾਡੇ ਥਾਟ ਤੇ ਸਾਡੇ ਕਲਚਰ ਨੂੰ ਡਿਟਰਮਿਨ ਕਰਦੀ ਹੈ, ਨਿਰਧਾਰਿਤ ਕਰਦੀ ਹੈ। ਐਜ਼ ਐਨ ਐਬਸੋਲਿਊਟ ਥਿਊਰੀ। ਹੁਣ ਇਹ ਕੀ ਹੋ ਗਈ? ਇੱਕ ਐਬਸੋਲਿਊਟ ਥਿਊਰੀ ਹੋ ਗਈ, ਇੱਕ ਬਹੁਤ ਸਟਰੋਂਗ ਥਿਊਰੀ ਹੋ ਗਈ। ਇਟ ਇਜ਼ often at the point of great criticism and without much effort one can think of example where this is not the case. ਇਸੇ ਕਰਕੇ ਸਟਰੋਂਗ ਹੋਣ ਕਰਕੇ, ਐਬਸੋਲਿਊਟ ਥਿਊਰੀ ਹੋਣ ਕਰਕੇ ਹਮੇਸ਼ਾ ਇਹਦਾ ਕ੍ਰਿਟਿਸਿਜ਼ਮ ਹੋਇਆ ਤੇ ਬਹੁਤ ਸਾਰੀਆਂ ਅਜਿਹੀਆਂ ਐਗਜ਼ਾਮਪਲਸ ਦੇਖਣ ਨੂੰ ਮਿਲਦੀਆਂ ਜਦੋਂ ਇਹ ਗੱਲ ਲਾਗੂ ਨਹੀਂ ਹੁੰਦੀ। Linguistic determinism is for the most part ignored in favor of linguistic relativity, also known as weak version of the Sapir-Whorf hypothesis. ਹਾਂਜੀ, ਇਸ ਨੂੰ ਹਮੇਸ਼ਾ linguistic determinism ਦੀ ਥਾਂ ਤੇ
ਜਿਹੜਾ ਨਵਾਂ ਇੱਕ ਹਾਈਪੋਥਸਿਸ ਹੈ ਜਿਹਨੂੰ ਅਸੀਂ ਵੀਕ ਹਾਈਪੋਥਸਿਸ ਕਹਿ ਦਿੰਦੇ ਆ, ਲਿੰਗੁਇਸਟਿਕ ਰਿਲੇਟਿਵਿਟੀ ਹਾਈਪੋਥਸਿਸ ਕਿਹਾ ਜਾਂਦਾ ਹੈ। ਠੀਕ ਹੈ ਜੀ, ਕਿਹਦਾ ਇਹ? ਸੈਫਿਰ ਤੇ ਹੌਫ ਦਾ, which states that one of the language influences one's view of the world but not determine it। ਹੁਣ ਜਿਹੜਾ ਵੀਕ ਵਰਜ਼ਨ ਹੈ ਉਹ ਕੀ ਕਹਿੰਦਾ ਕਿ ਕਿਸੇ ਦੀ ਜਿਹੜੀ ਭਾਸ਼ਾ ਹੈ ਇਸ ਸੰਸਾਰ ਨੂੰ ਪ੍ਰਭਾਵਿਤ ਕਰਦੀ ਹੈ, ਨਾ ਕਿ ਉਹਨੂੰ ਨਿਰਧਾਰਿਤ ਕਰਦੀ ਹੈ। ਨਿਰਧਾਰਨ ਕਰਨਾ ਹੁੰਦਾ ਸੀਮਾ ਲਗਾਉਣਾ, ਪ੍ਰਭਾਵਿਤ ਕਰਨਾ ਹੁੰਦਾ ਥੋੜਾ ਜਿਹਾ ਉਹਦੇ ਤੇ ਇਫੈਕਟ ਪਾਉਣਾ। This is to say the world view of a speech community is influenced by the structure of language। ਤਾਂ ਸਾਫ਼-ਸਾਫ਼ ਸ਼ਬਦਾਂ 'ਚ ਜੇ ਗੱਲ ਕਰੀਏ ਤਾਂ ਇਹ ਕੀ ਕਹਿੰਦਾ ਜਿਹੜਾ ਹਾਈਪੋਥਸਿਸ ਹੈ, ਲਿੰਗੁਇਸਟਿਕ ਰਿਲੇਟਿਵਿਟੀ ਹਾਈਪੋਥਸਿਸ ਕੀ ਕਹਿੰਦਾ ਕਿ ਹਰੇਕ ਕਮਿਊਨਿਟੀ ਦਾ ਜਿਹੜਾ ਸੰਸਾਰ ਪ੍ਰਤੀ ਨਜ਼ਰੀਆ ਹੈ ਇਹ ਇਸ ਦੀ ਭਾਸ਼ਾ ਦੁਆਰਾ ਪ੍ਰਭਾਵਿਤ ਹੁੰਦਾ ਹੈ। ਹਿਊਮਨਸ ਆਰ ਵਾਈਡਲੀ ਵੇਰਿੰਗ ਐਂਡ ਸੋ ਆਰ ਦਾ ਬ੍ਰੇਨਸ। ਜਿਵੇਂ ਮਨੁੱਖ ਅਲੱਗ-ਅਲੱਗ ਨੇ, ਦਿਮਾਗ ਵੀ ਅਲੱਗ-ਅਲੱਗ ਨੇ। ਥੋ ਦਾ ਬ੍ਰੇਨ ਡਜ਼ਨਟ ਹੋਲਡ ਯੂਨੀਵਰਸਲ ਅਮੰਗ ਆਲ ਹਿਊਮਨਸ। ਜਦੋਂ ਸੰਸਾਰ ਦੇ ਵਿੱਚ ਸਾਰਿਆਂ ਦਾ ਦਿਮਾਗ ਇੱਕੋ ਜਿਹਾ ਨਹੀਂ ਹੈਗਾ, ਸੱਚ ਐਜ਼ ਦਾ ਐਕੁਇਜ਼ੀਸ਼ਨ ਆਫ ਲੈਂਗੁਏਜ, ਫਿਰ ਭਾਸ਼ਾ ਜਿਹੜੀ ਅਰਜਿਤ ਕਰਦਾ ਹਰੇਕ ਦਾ ਬ੍ਰੇਨ ਉਹ ਵੀ ਅਲੱਗ-ਅਲੱਗ ਹੁੰਦੀ ਹੈ। ਦਾ ਵੇ ਹਿਊਮਨਸ ਯੂਜ਼ ਲੈਂਗੁਏਜ ਟੂ ਪ੍ਰੋਸੈਸ देयर এনवायरमेंट ਡਿਫਰਸ। ਇਸ ਕਰਕੇ ਜਿਹੜਾ ਉਸੇ ਭਾਸ਼ਾ ਦੇ ਰਾਹੀਂ ਉਹ ਆਪਣੇ ਆਲੇ ਦੁਆਲੇ ਬਾਰੇ, ਆਪਣੇ ਵਾਤਾਵਰਣ ਦੁਆਰੇ ਜਿਹੜਾ ਨਜ਼ਰੀਆ ਬਣਾਉਂਦੇ ਨੇ, ਵਿਊ ਪੁਆਇੰਟ ਬਣਾਉਂਦੇ ਜਾਂ ਥਿੰਕਿੰਗ ਕਰਦੇ ਨੇ, ਉਹ ਵੀ ਅਲੱਗ-ਅਲੱਗ ਹੁੰਦੀ ਹੈ। ਯਾਨੀ ਕਿ ਜਿਹੜਾ ਸਾਡਾ ਆਲੇ ਦੁਆਲੇ ਦੇ ਪ੍ਰਤੀ ਵਿਊ ਪੁਆਇੰਟ ਹੈ, ਵਰਲਡ ਵਿਊ ਹੈ, ਉਹ ਕਿਹਦੇ ਤੋਂ ਪ੍ਰਭਾਵਿਤ ਹੁੰਦਾ ਹੈ? ਸਾਡੀ ਲੈਂਗੁਏਜ ਤੋਂ। ਆਪਾਂ ਅਕਸਰ ਦੇਖਦੇ ਹਾਂ ਕੁਝ ਬੰਦਿਆਂ ਨੂੰ ਜਿਹੜੀ ਚੀਜ਼ ਅੱਛੀ ਲੱਗਦੀ ਹੈ ਦੂਜਿਆਂ ਨੂੰ ਹੋ ਸਕਦਾ ਅੱਛੀ ਨਹੀਂ ਲੱਗੇ। ਇਹ ਡਿਪੈਂਡ ਕਰੂਗਾ ਉਹਨਾਂ ਦੇ ਵਿਚਾਰਧਾਰਾ ਦੇ ਉੱਪਰ ਜਿਹੜੀ ਕਿ ਉਹਨਾਂ ਦੀ ਲੈਂਗੁਏਜ ਦੁਆਰਾ ਪ੍ਰਭਾਵਿਤ ਹੋਊਗੀ। ਹੁਣ ਪਿਆਜੇਟ ਤੇ ਵਾਈਗੋਟਸਕੀ ਦੇ ਵਿਊ ਇਹ ਅਕਸਰ ਸਾਨੂੰ ਲੈਂਗੁਏਜ ਦੇ ਪੇਪਰ 'ਚ ਪੁੱਛ ਲਏ ਜਾਂਦੇ ਨੇ। ਥਾਟ ਤੇ ਲੈਂਗੁਏਜ ਤੇ ਇਹਨਾਂ ਦੇ ਕੀ ਵਿਚਾਰ ਨੇ? ਅਕੋਰਡਿੰਗ ਟੂ ਪਿਆਜੇਟ, ਥਾਟ emerges first and language becomes an intermediary providing the means by which later concepts of conceptual thinking are furthered। ਹੁਣ ਪਿਆਜੇਟ ਦੇ ਅਕੋਰਡਿੰਗ ਕੀ ਹੈ? ਜਿਹੜੇ ਵਿਚਾਰ ਤਾਂ ਪਹਿਲਾਂ ਜਨਮ ਲੈਂਦੇ ਨੇ ਤੇ ਜਿਹੜੀ ਭਾਸ਼ਾ ਹੈ ਉਹ ਇੱਕ ਵਿਚੋਲੇ ਦਾ ਕੰਮ ਕਰਦੀ ਹੈ, ਜਿਹੜੀ ਕਿ ਸਾਨੂੰ ਇੱਕ ਸਾਧਨ ਦਿੰਦੀ ਹੈ ਜਿਹਦੇ ਰਾਹੀਂ ਜਿਹੜੀ ਸਾਡੀ ਥਿੰਕਿੰਗ ਹੈ, ਕਨਸੈਪਚੁਅਲ ਥਿੰਕਿੰਗ ਯਾਨੀ ਕਿ ਕੋਗਨੀਸ਼ਨ ਹੈ, ਉਹ ਅੱਗੇ ਡਿਵੈਲਪ ਹੁੰਦੀ ਹੈ। ਪਹਿਲਾਂ ਵਿਚਾਰ ਆਣਗੇ ਫਿਰ ਭਾਸ਼ਾ ਦਾ ਵਿਕਾਸ ਹੋਊਗਾ। ਅਕੋਰਡਿੰਗ ਟੂ ਵਾਈਗੋਟਸਕੀ ਜਿਹੜਾ ਕਿ ਇੱਕ ਸੋਸ਼ੀਓ ਕਲਚਰਿਸਟ ਹੈ, ਉਹਨੇ ਕੀ ਕਿਹਾ? ਆਰਗਿਊਜ਼ ਦੈਟ ਲੈਂਗੁਏਜ ਪਲੇਜ਼ ਐਨ ਇੰਪੋਰਟੈਂਟ ਰੋਲ ਇਨ ਡਿਵੈਲਪਮੈਂਟ। ਉਹ ਕਹਿੰਦਾ ਵਿਕਾਸ ਪਹਿਲਾਂ ਨਹੀਂ ਹੁੰਦਾ, ਪਹਿਲਾਂ ਭਾਸ਼ਾ ਆਉਂਦੀ ਹੈ ਤੇ ਭਾਸ਼ਾ ਬੱਚੇ ਦੇ ਵਿਕਾਸ ਦੇ ਵਿੱਚ ਰੋਲ ਅਦਾ ਕਰਦੀ ਹੈ। ਇਹਨੇ ਕੀ ਕਿਹਾ ਸੀਗਾ? ਇਹਨੇ ਵਿਚਾਰ ਪਹਿਲਾਂ ਕਹੇ ਸੀ, ਡਿਵੈਲਪਮੈਂਟ ਪਹਿਲਾਂ ਹੋਊਗੀ, ਡਿਵੈਲਪਮੈਂਟ ਦੇ ਨਾਲ ਨਾਲ ਬੱਚਾ ਕੀ ਕਰੂਗਾ? ਭਾਸ਼ਾ ਸਿੱਖਦਾ ਜਾਊਗਾ। ਠੀਕ ਹੈ ਜੀ, ਪਹਿਲਾਂ ਵਿਚਾਰ ਆਉਣਗੇ, ਡਿਵੈਲਪਮੈਂਟ ਹੋਊਗੀ ਯਾਨੀ ਕਿ ਕੋਗਨੀਟਿਵ ਵਿਕਾਸ ਹੋਊਗਾ ਤਾਂ ਵਿਚਾਰਾਂ ਦਾ ਵਿਕਾਸ ਹੋਊਗਾ। ਜੇ ਵਿਚਾਰਾਂ ਦਾ ਵਿਕਾਸ ਹੋਊਗਾ ਤਾਂ ਉਹਦੇ ਨਾਲ ਭਾਸ਼ਾ ਸਿੱਖੀ ਜਾਊਗੀ। ਇਹ ਭਾਸ਼ਾ ਅੱਗੇ ਹੋਰ ਡਿਵੈਲਪਮੈਂਟ ਨੂੰ, ਹੋਰ ਥਿੰਕਿੰਗ ਨੂੰ ਵਿਕਸਿਤ ਕਰੂਗੀ। ਪਰ ਵਾਈਗੋਟਸਕੀ ਕਹਿੰਦਾ ਨਹੀਂ, ਬੱਚੇ ਦੇ ਵਿੱਚ ਤਾਂ ਜਨਮਜਾਤ ਕੈਪੈਸਿਟੀ ਹੁੰਦੀ ਹੈ ਭਾਸ਼ਾ ਸਿੱਖਣ ਦੀ, ਇਸ ਲਈ ਬੱਚਾ ਭਾਸ਼ਾ ਪਹਿਲਾਂ ਸਿੱਖਦਾ ਫਿਰ ਉਹਦਾ ਵਿਕਾਸ ਹੁੰਦਾ। ਇਟ ਡਿਵੈਲਪਸ ਇੰਡੀਡ ਨੋਟ ਓਨਲੀ ਦਾ ਇੰਟੈਲੀਜੈਂਸ ਆਫ ਇੰਡੀਵਿਜੂਅਲ, ਇਹ ਸਿਰਫ ਬੁੱਧੀ ਦਾ ਵਿਕਾਸ ਨਹੀਂ ਕਰਦੀ ਬਟ ਆਲਸੋ ਦਾ ਹੋਲ ਲਰਨਿੰਗ ਪ੍ਰੋਸੈਸ, ਸਾਰੇ ਹੀ ਸਿੱਖਣ ਪ੍ਰਕਿਰਿਆ ਦਾ ਵਿਕਾਸ ਕਰਦੀ ਹੈ ਐਜ਼ ਅ ਰਿਜ਼ਲਟ ਆਫ ਹਿਸ ਕਮਿਊਨੀਕੇਸ਼ਨ ਐਂਡ ਕੋਲੈਬੋਰੇਸ਼ਨ ਵਿਦ ਅਦਰਸ। ਉਹਦਾ ਵਿਕਾਸ ਕਦੋਂ ਹੁੰਦਾ? ਲਰਨਿੰਗ ਪ੍ਰੋਸੈਸ ਦਾ ਵਿਕਾਸ ਹੁੰਦਾ ਜਦੋਂ ਉਹ ਸੰਚਾਰ ਪ੍ਰਕਿਰਿਆ ਕਰਦਾ, ਦੂਜਿਆਂ ਨਾਲ ਜੁੜ ਕੇ ਕੰਮ ਕਰਦਾ। ਅਕੋਰਡਿੰਗ ਟੂ ਵਾਈਗੋਟਸਕੀ, ਲੈਂਗੁਏਜ ਹੈਜ਼ ਅ ਪ੍ਰੋਫਾਊਂਡ ਇਫੈਕਟ ਔਨ ਥਾਟ। ਕਹਿੰਦਾ ਬੱਚੇ ਦੀ ਵਿਚਾਰਧਾਰਾ ਤੇ ਭਾਸ਼ਾ ਦਾ ਬਹੁਤ ਅਸਰ ਹੁੰਦਾ ਹੈ। ਵਾਈਗੋਟਸਕੀ ਫੋਕਸਸ ਔਨ ਲੈਂਗੁਏਜ ਡਾਇਲੋਗ। ਵਾਈਗੋਟਸਕੀ ਭਾਸ਼ਾ ਦੇ ਸੰਵਾਦ ਤੇ ਧਿਆਨ ਕੇਂਦਰਿਤ ਕਰਦਾ। ਇਟ ਇਜ਼ ਪ੍ਰਾਇਮਰੀਲੀ ਥਰੂ देयर स्पीच दैट adults are assumed to transmit of children the core of knowledge existing in their culture। ਭਾਸ਼ਾ ਦੇ ਉੱਪਰ ਇਹਦਾ ਬਹੁਤ ਜ਼ਿਆਦਾ ਜ਼ੋਰ ਹੈ। ਇਹਨੇ ਪਹਿਲਾਂ ਵੀ ਆਪਾਂ ਜਦੋਂ ਵਾਈਗੋਟਸਕੀ ਦੀ ਥਿਊਰੀ ਪੜ੍ਹੀ ਹੈ ਅਸੀਂ ਕਿਹਾ ਕਿ ਲੈਂਗੁਏਜ, ਕਲਚਰ ਤੇ ਪ੍ਰਾਈਵੇਟ ਸਪੀਚ ਬੱਚੇ ਦੇ ਵਿਕਾਸ 'ਚ ਮਹੱਤਵਪੂਰਨ ਰੋਲ ਅਦਾ ਕਰਦੇ ਨੇ। ਤੇ ਇਹ ਕਹਿੰਦਾ ਇਹ ਭਾਸ਼ਾ ਹੀ ਹੈ ਜਿਹਦੇ ਰਾਹੀਂ ਜਿਹੜੇ ਅਡਲਟਸ ਹੁੰਦੇ ਨੇ, ਜਿਹੜੇ ਬਾਲਗ ਹੁੰਦੇ ਨੇ, ਉਹ ਆਪਣਾ ਜਿਹੜਾ ਗਿਆਨ ਹੈ, ਉਹ ਜਿਹੜੇ ਮੋਰ ਨੌਲੇਜੇਬਲ ਪਰਸਨ ਹੁੰਦੇ ਨੇ, ਮੋਰ ਨੌਲੇਜੇਬਲ ਪਰਸਨ ਕਿਹਨੂੰ ਦਿੰਦੇ ਨੇ ਗਿਆਨ? ਬੱਚਿਆਂ ਨੂੰ ਦਿੰਦੇ ਨੇ। ਕਾਹਦਾ ਗਿਆਨ ਦਿੰਦੇ ਨੇ? ਕਲਚਰ ਦਾ। ਤੇ ਕਿਹਦੇ ਰਾਹੀਂ ਦਿੰਦੇ ਨੇ? ਭਾਸ਼ਾ ਰਾਹੀਂ। ਤਾਂ ਭਾਸ਼ਾ ਇਹਦੇ ਅਕੋਰਡਿੰਗ ਇੱਕ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਟੂਲ ਹੈ ਬੱਚੇ ਦੇ ਵਿਕਾਸ ਲਈ। ਇਨ ਹਿਸ ਲਰਨਿੰਗ ਪ੍ਰੋਸੈਸ ਦੀ ਚਾਈਲਡ ਡਿਵੈਲਪਸ ਹਿਸ ਓਨ ਵੇ ਆਫ ਕਮਿਊਨੀਕੇਸ਼ਨ। ਆਪਣੇ ਸਿੱਖਣ ਦੀ ਪ੍ਰਕਿਰਿਆ ਦੇ ਵਿੱਚ ਬੱਚਾ ਆਪਣੀ ਸੰਚਾਰ ਪ੍ਰਕਿਰਿਆ ਵਿਕਸਿਤ ਕਰਦਾ ਹੈ ਐਜ਼ ਅ ਪ੍ਰਾਇਮਰੀ ਟੂਲ, ਇੱਕ ਮੁੱਢਲੇ ਸਾਧਨ ਦੇ ਤੌਰ ਤੇ ਫॉर ਹਿਸ ਇੰਟੈਲੈਕਚੁਅਲ ਡਿਵੈਲਪਮੈਂਟ, ਆਪਣੀ ਬੁੱਧੀ ਦੇ ਵਿਕਾਸ ਲਈ। ਜਦਕਿ ਪਿਆਜੇਟ ਕੀ ਕਹਿੰਦਾ ਸੀ
ਕਿ ਜਿਹੜਾ ਬੁੱਧੀ ਦਾ ਵਿਕਾਸ ਤਾਂ ਕੁਦਰਤੀ ਤੌਰ ਤੇ 4 ਸਟੇजेस ਦੇ ਵਿੱਚ ਹੋਣਾ ਹੀ ਹੋਣਾ ਹੈ। ਜਿਵੇਂ ਜਿਵੇਂ ਬੁੱਧੀ ਦਾ ਵਿਕਾਸ ਹੁੰਦਾ ਜਾਂਦਾ ਹੈ ਉਵੇਂ ਬੱਚੇ ਦਾ ਭਾਸ਼ਾ ਦਾ ਦਾਇਰਾ ਚੌੜਾ ਹੁੰਦਾ ਜਾਂਦਾ ਹੈ। ਜਾਨੀ ਕਿ ਬਾਈਗੋਟਸਕੀ ਕੀ ਕਹਿੰਦਾ ਹੈ, ਲੈਂਗੁਏਜ ਡਿਟਰਮਿਨਸ ਥਾਟ, ਜਦਕਿ ਪਿਆਜੇਟ ਕੀ ਕਹਿੰਦਾ ਹੈ, ਥਾਟ ਡਿਟਰਮਿਨ ਲੈਂਗੁਏਜ। ਟੂ ਸਮ ਅਪ, ਬੋਥ ਲੈਂਗੁਏਜ ਐਂਡ ਥਾਟ ਆਰ ਇੰਟਰਰਿਲੇਟਡ। ਜੇ ਅਸੀਂ ਸਿੱਟਾ ਕੱਢੀਏ, ਸੰਖੇਪ ਚ ਗੱਲ ਕਰੀਏ ਤਾਂ ਦੋਵੇਂ ਹੀ ਭਾਸ਼ਾ ਤੇ ਵਿਚਾਰ ਅੰਤਰ ਸੰਬੰਧਿਤ ਨੇ। ਲੈਂਗੁਏਜ ਇਨਫਲੂਐਂਸਸ ਥਾਟ ਪ੍ਰੋਸੈਸ, ਭਾਸ਼ਾ ਸਾਡੇ ਵਿਚਾਰ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਦੀ ਹੈ, ਬਟ ਡਜ਼ਨਟ ਡਿਟਰਮਿਨ, ਪਰ ਕਦੇ ਵੀ ਇਸ ਨੂੰ ਨਿਰਧਾਰਿਤ ਨਹੀਂ ਕਰਦੀ। ਪ੍ਰਭਾਵਿਤ ਕਰਦੀ ਹੈ, ਨਿਰਧਾਰਿਤ ਨਹੀਂ ਕਰਦੀ। ਸੋ ਪਿਆਰੇ ਵਿਦਿਆਰਥੀਓ, ਇਹ ਸੀ ਸਾਡਾ ਅੱਜ ਦਾ ਟੌਪਿਕ ਲੈਂਗੁਏਜ ਐਂਡ ਥਾਟ। ਆਈ ਹੋਪ ਕਿ ਤੁਸੀਂ ਬਹੁਤ ਅੱਛੇ ਤਰੀਕੇ ਨਾਲ ਇਹਨੂੰ ਸਮਝਿਆ ਹੋਵੇਗਾ। ਸੋ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ। ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।